ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਪੰਜਵਾ। ਕੋਟ ਬਿਗਨ ਨਹੀਂ ਆਵਹ ਨੇਰਾ, ਅਨਕ ਮਾਇਆ ਹੈ ਤਾਕੀ ਚੇਰਾ। ਕੋਟ ਬਿਗਨ ਨਹੀਂ ਆਵਹ ਨੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੋਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਪੰਜਵਾ। ਰਾਮ ਕਲੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਪੰਜਵੇਂ ਸਤਿਗੁਰਾਂ ਦਾ ਰਾਮਕਲੀ ਰਾਗ ਵਿੱਚ ਇਹ 18ਵਾਂ ਸ਼ਬਦ ਪ੍ਰਾਰੰਭ ਹੋ ਰਿਹਾ ਹੈ। 17 ਸ਼ਬਦਾਂ ਦੀ ਕਥਾ ਆਪ ਪਿੱਛੇ ਸਰਵਣ ਕਰ ਚੁੱਕੇ ਹੋ। 18ਵਾਂ ਸ਼ਬਦ ਪ੍ਰਾਰੰਭ ਕਰ ਰਹੇ ਹਨ। ਕੋਟ ਬਿਗਨ ਨਹੀਂ ਆਵਹ ਨੇਰਾ। ਇਹ ਭਾਈ ਉਸ ਮਨੁੱਖ ਦੇ ਕਰੋੜਾ ਵਿਘਨ ਨੇੜੇ ਨਹੀਂ ਆਉਂਦੇ। ਅਨਕ ਮਾਇਆ ਤਾਕੀ ਹੈ ਚੇਰਾ। ਅਨੇਕ ਮਾਇਆ ਹੈ ਤਾਕੀ ਚੇਰਾ। ਅਨੇਕ ਪ੍ਰਕਾਰ ਦੀ ਮਾਇਆ ਜਾਂ ਅਨੇਕ ਪ੍ਰਕਾਰ ਦੀ ਮਾਇਕੀ ਵਸਤੂ ਉਸ ਮਨੁੱਖ ਦੀ ਚੇਰ ਦਾਸੀ ਹੈ। ਅਨਕ ਪਾਪ ਤਾਕੇ ਪਾਨੀ ਹਾਰ। ਅਨੇਕਾਂ ਪਾਪ ਉਸ ਦੇ ਪਾਣੀ ਭਰਨ ਵਾਲੇ ਦਾਸ ਹਨ। ਭਾਵ ਅਨੇਕਾਂ ਹੀ ਪਾਪ ਉਸ ਮਨੁੱਖ ਦੇ ਨਾਸ਼ ਹੋ ਗਏ ਹਨ। ਜਾ ਕਉ ਮਇਆ ਭਈ ਕਰਤਾਰ। ਅਤੇ ਪਾਪਾਂ ਵਿੱਚ ਪ੍ਰਵਿਰਤ ਕਰਨ ਵਾਲੇ ਵਿਘਨ ਉਸ ਦੇ ਦਾਸ ਬਣ ਜਾਂਦੇ ਹਨ। ਜਿਸ ਮਨੁੱਖ ਦੇ ਉੱਤੇ ਕਰਤਾਰ, ਜਿਸ ਦੇ ਹੱਥ ਵਿੱਚ ਪ੍ਰਾਰਬਧ ਰੂਪੀ ਤਾਰ ਹੈ, ਸਾਡੀ ਜੋ ਵੀ ਰੋਜੀ ਰੂਪੀ ਤਾਰ ਜਿਸ ਕਰਤਾਰ ਦੇ ਹੱਥ ਹੈ, ਉਹ ਪਰਮਾਤਮਾ ਦੀ ਜਿਹਦੇ ਉੱਪਰ ਮਿਹਰ ਹੋਈ, ਕਿਰਪਾ ਹੋਈ ਹੈ। ਨਾ ਤਾਂ ਉਹਨੂੰ ਕੋਈ ਵਿਘਨ ਲੱਗਦਾ, ਨਾ ਕੋਈ ਉਹਨੂੰ ਪਾਪ ਲੱਗਦਾ ਹੈ। ਸੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਾਇਆ ਵੀ ਉਸ ਦੀ ਦਾਸੀ ਬਣ ਜਾਂਦੀ ਹੈ। ਭਗਤੀ ਵਿੱਚ ਵਿਘਨ ਨਹੀਂ ਪਾਉਂਦੀ। ਇਉਂ ਜਿਸ ਦੇ ਉੱਪਰ ਵਾਹਿਗੁਰੂ ਦੀ ਕਿਰਪਾ ਹੋਈ ਹੈ ਉਹੀ ਸਿੱਖ ਹੈ, ਉਹੀ ਬ੍ਰਹਮ ਗਿਆਨੀ ਹੈ, ਉਹੀ ਸੰਤ ਹੈ, ਉਹੀ ਸਾਧੂ ਹੈ। ਸੋ ਸਿੱਖ ਸਕਾ ਬੰਧਪ ਹੈ ਭਾਈ, ਜੇ ਗੁਰ ਕੇ ਪਾਣੀ ਵਿੱਚ ਆਵੇ। ਆਪਣੇ ਪਾਣੇ ਜੋ ਚੱਲੇ ਭਾਈ,
ਵਿਛੜ ਚੋਟਾਂ ਖਾਵੇ। ਜਿਹੜਾ ਭਾਗਿਆ ਉਹੀ ਸਿੱਖ ਹੈ, ਉਹੀ ਬੰਧਪ ਹੈ, ਉਹੀ ਤੇ ਸੰਤ ਭਲੇ ਗੁਰਸਿੱਖ ਹੈ। ਜਿਨ ਨਾਹੀ ਚਿੰਤ ਪਰਾਈ ਚੁਖਾ। ਜਿਸੈ ਸਹਾਈ ਹੋਏ ਭਗਵਾਨ। ਇਹ ਭਾਈ, ਜਿਸ ਮਨੁੱਖ ਦਾ ਭਗਵਾਨ ਪਰਮਾਤਮਾ ਆਪ ਸਹਾਇਕ ਹੁੰਦਾ ਹੈ, ਆਪ ਸਹਾਈ ਹੋਆ, ਸੱਚੇ ਦਾ ਸੱਚਾ ਢੋਆ। ਅਨਕ ਜਤਨ ਵਾਕੈ ਸਰੰਜਾਮ। ਉਸ ਦੇ ਅਨੇਕਾਂ ਯਤਨਾਂ ਦਾ ਪ੍ਰਬੰਧ ਬੰਦੋਬਸਤ ਆਪਣੇ ਆਪ ਹੀ ਹੋ ਗਿਆ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਕਰਤਾ ਰਾਖਾ ਕੀਤਾ ਕੌਣ। ਇਹ ਭਾਈ, ਜਿਸ ਨੂੰ ਕਰਤਾ ਪਰਮਾਤਮਾ ਆਪ ਰੱਖਦਾ ਹੈ, ਫਿਰ ਪ੍ਰਭੂ ਦਾ ਕੀਤਾ ਹੋਇਆ ਜੀਵ ਕਿਹੜਾ ਹੈ ਜੋ ਉਸ ਨੂੰ ਦੁੱਖ ਦੇ ਸਕੇ। ਭਾਵ ਕੋਈ ਉਸ ਦਾ ਕੁਝ ਵੀ ਵਿਗਾੜ ਨਹੀਂ ਸਕਦਾ। ਕੀਰੀ ਜੀਤੋ ਸਗਲ ਭਵਨ। ਕੀੜੀ ਦੀ ਤਰ੍ਹਾਂ ਨਿਮਰਤਾ ਵਾਲੇ ਨੇ ਸਾਰਾ ਹੀ ਘਰ ਕਿਹੜਾ ਸੰਸਾਰ, ਸਾਰਾ ਸੰਸਾਰ ਹੀ ਜਿੱਤ ਲਿਆ ਹੈ। ਮਨ ਜੀਤਾ ਜਗ ਜੀਤ, ਜਾਂ ਇਸੇ ਪ੍ਰਕਾਰ ਕੀਰੀ ਜੀਤੋ ਸਗਲ ਭਵਨ। ਕੀੜੀ ਭਾਵ ਬ੍ਰਹਮਾ ਕਰ ਬਿਰਤੀ ਵਾਲੇ ਨੇ ਸਾਰੇ ਸੰਸਾਰ ਨੂੰ ਮਿਥਿਆ ਨਿਸ਼ਚੈ ਕਰਨ ਰੂਪ ਜਿੱਤ ਲੈਣਾ ਕੀਤਾ ਹੈ। ਕੀੜੀ ਬਾਦਸ਼ਾਹ ਨੇ ਸਾਰੇ ਭਵਨਾਂ ਦੇ ਬਾਦਸ਼ਾਹ ਅਦਨ ਨੂੰ ਜਿੱਤ ਲਿਆ ਸੀ, ਅਰਥਾਤ ਅਦਨ ਬਾਦਸ਼ਾਹ ਆਪਣੀਆਂ ਫੌਜਾਂ ਸਮੇਤ ਕੀੜੀ ਬਾਦਸ਼ਾਹ ਦੇ ਕੋਲ ਆਇਆ ਤੇ ਉਹਨੂੰ ਆਪਣੇ ਅਧੀਨ ਹੋਣ ਲਈ ਕਿਹਾ। ਤਦੋਂ ਕੀੜੀ ਬਾਦਸ਼ਾਹ ਨੇ ਕਿਹਾ ਕਿ ਪਹਿਲਾਂ ਤੋਂ ਆਪਣੀਆਂ ਫੌਜਾਂ ਨੂੰ ਸਾਥੋਂ ਭੋਜਨ ਲੈ ਕੇ ਛਕਾਉਣਾ ਕਰ, ਬਾਕੀ ਗੱਲ ਅਸੀਂ ਤੇਰੇ ਨਾਲ ਫੇਰ ਕਰਾਂਗੇ। ਅਦਨ ਬਾਦਸ਼ਾਹ ਨੇ ਇਹ ਗੱਲ ਨਾ ਮੰਨੀ ਤੇ ਕਿਹਾ ਕਿ ਤੂੰ ਸਾਡੀਆਂ ਫੌਜਾਂ ਨੂੰ ਕੀ ਭੋਜਨ ਛਕਾਵੇਂਗਾ। ਤਦੋਂ ਕੀੜੀ ਬਾਦਸ਼ਾਹ ਦੀਆਂ ਫੌਜਾਂ ਨੇ ਜ਼ਹਿਰ ਲਿਆ ਕੇ ਰਾਜੇ ਦੀਆਂ ਸਾਰੀਆਂ ਫੌਜਾਂ ਨੂੰ ਮੁਰਸ਼ਦ ਕਰ ਦਿੱਤਾ, ਇਕੱਲੇ ਰਾਜੇ ਨੂੰ ਛੱਡ ਦਿੱਤਾ। ਤਦੋਂ ਕੀੜੀ ਬਾਦਸ਼ਾਹ ਨੇ ਪੁੱਛਿਆ ਕਿ ਹੁਣ ਭੋਜਨ ਛਕੇਗਾ ਕਿ ਨਹੀਂ। ਤਦੋਂ ਰਾਜੇ ਨੇ ਹਾਂ ਕਰ ਦਿੱਤੀ। ਉਸ ਵੇਲੇ ਕੀੜੀ ਬਾਦਸ਼ਾਹ ਨੇ ਮਾਇਆਵੀ ਸ਼ਕਤੀ ਦੁਆਰਾ ਸਾਰੀਆਂ ਫੌਜਾਂ ਨੂੰ ਹੋਸ਼ ਵਿੱਚ ਲਿਆਂਦਾ। ਜਦੋਂ ਰਾਜਾ ਫੌਜਾਂ ਸਮੇਤ ਭੋਜਨ ਖਾਣ ਲੱਗਾ ਤਾਂ ਭੋਜਨ ਵਿਆਹ ਸੀ। ਰਾਜੇ ਨੇ ਕਿਹਾ ਕਿ ਵਿਆਹ ਭੋਜਨ ਸਾਨੂੰ ਦੇ ਦਿੱਤਾ ਹੈ। ਅੱਗੋਂ ਕੀੜੀ ਬਾਦਸ਼ਾਹ ਨੇ ਕਿਹਾ ਤੁਹਾਡੇ ਤੋਂ ਪਹਿਲਾਂ ਇਥੋਂ ਮਾਨਦਾਤਾ ਰਾਜਾ ਹੋ ਕੇ ਗਿਆ ਸੀ, ਇਹ ਭੋਜਨ ਉਸ ਲਈ ਤਿਆਰ ਕਰਵਾਇਆ ਸੀ, ਉਸ ਕੋਲੋਂ ਜਿੰਨਾ ਬਚਿਆ ਸੀ ਉਹੀ ਅਸੀਂ ਤੁਹਾਡੇ ਅੱਗੇ ਪਰੋਸ ਦਿੱਤਾ ਕਿ ਤੁਸੀਂ ਇੰਨੇ ਕੁ ਭੋਜਨ ਨਾਲ ਤ੍ਰਿਪਤ ਹੋ ਜਾਵੋਗੇ। ਉਸ ਵੇਲੇ ਅਦਨ ਬਾਦਸ਼ਾਹ ਦਾ ਹੰਕਾਰ ਟੁੱਟ ਗਿਆ ਸੀ। ਸੋ ਇੰਜ ਕੀੜੀ ਬਾਦਸ਼ਾਹ ਨੇ ਸਾਰੇ ਭਵਨਾਂ ਦੇ ਮਾਲਕ ਅਦਨ ਬਾਦਸ਼ਾਹ ਨੂੰ ਜਿੱਤਣਾ ਕੀਤਾ ਹੈ। ਕਰਤਾ ਰਖੈ ਕੀਤਾ ਕੌਣ। ਇਹ ਭਾਈ, ਜਿਸ ਨੂੰ ਕਰਤਾ ਪਰਮਾਤਮਾ ਆਪ ਰੱਖਦਾ ਹੈ, ਫਿਰ ਪ੍ਰਭੂ ਦਾ ਕੀਤਾ ਹੋਇਆ ਕਿਹੜਾ ਜੋ ਉਹਨੂੰ ਦੁੱਖ ਦੇ ਸਕੇ। ਭਾਵ ਕੋਈ ਉਸ ਦਾ ਕੁਝ ਵੀ ਵਿਗਾੜ ਨਹੀਂ ਸਕਦਾ। ਕੀਰੀ ਜੀਤੋ ਸਗਲਾ ਭਵਨ। ਕੀੜੀ ਦੀ ਤਰ੍ਹਾਂ ਭਾਈ ਬਚਿੱਤਰ ਸਿੰਘ ਸ਼ੇਰ ਨੇ ਦੇਖੋ ਖੂਨੀ ਹਾਥੀ ਦਾ ਮੁਕਾਬਲਾ ਕਰਦਿਆਂ ਉਹਦੇ ਮੱਥੇ ਦੇ ਵਿੱਚ ਨਾਗਣੀ ਬਰਸ਼ੀ ਮਾਰ ਕੇ ਤਵੀਆਂ ਵਿੰਨ ਕੇ ਉਹਨੂੰ ਜ਼ਖਮੀ ਕਰ ਦਿੱਤਾ। ਉਹ ਚੀਕ ਚਿਹਾੜਾ ਪਾਉਂਦਾ, ਪਹਾੜੀਆਂ ਦੀਆਂ ਫੌਜਾਂ ਹੀ ਲਤਾੜਦਾ ਪਿੱਛੇ ਨੂੰ ਮੁੜ ਗਿਆ। ਜਥੇਦਾਰ ਬਾਬਾ ਉਦੇ ਸਿੰਘ ਜੀ, ਜੋ ਭਾਈ ਬਚਿੱਤਰ ਸਿੰਘ ਜੀ ਦੇ ਹੀ ਵੱਡੇ ਭਰਾ ਸਨ, ਉਹਨੇ ਉਹ ਹਾਥੀ ਦੀ ਸੁੰਡ ਵੱਢ ਦਿੱਤੀ
ਬੜਾ ਦੁਖੀ ਹੋਇਆ, ਸਤਲੁਜ ਵਿੱਚ ਡੁੱਬ ਕੇ ਮਰ ਗਿਆ। ਇਉਂ ਸੋ ਫਿਰ ਭਾਈ ਉਦੈ ਸਿੰਘ ਨੇ ਕਰਪੇ ਬਰਛੇ ਦੇ ਉੱਪਰ ਕਰਪਾ ਬਰਛਾ ਮਾਰ ਕੇ ਭੀਮ ਚੰਦ ਰਾਜੇ ਦੇ ਸਾਲੇ ਦਾ ਕੇਸਰੀ ਚੰਦ ਦਾ ਸਿਰ ਵੱਢ ਕੇ ਬਰਛੇ ਤੇ ਟੰਗ ਕੇ ਕਿਲ੍ਹਾ ਲੋਹਗੜ੍ਹ ਕਲਗੀਧਰ ਦੇ ਚਰਨਾਂ ਵਿੱਚ ਲਿਆ ਸੁੱਟਿਆ। ਕਹਿੰਦਾ ਜੀ ਆ ਵੇਖੋ, ਇਹ ਖੂਨੀ ਹਾਥੀ ਲੈ ਕੇ ਆਇਆ ਸੀ ਔਰ ਆਪਦੇ ਪਾਵਨ ਸੀਸ ਦੇ ਸੁਪਨੇ ਲੈ ਰਿਹਾ ਸੀ, ਇਹ ਹੁਣ ਤੁਹਾਡੇ ਚਰਨਾਂ ਵਿੱਚ ਹੈ। ਇੰਜ ਵੇਖੋ, ਛੋਟੇ ਜਿਹੇ ਸਰੀਰ ਵਾਲੇ ਭਾਈ ਬਚਿੱਤਰ ਸਿੰਘ ਨੇ ਖੂਨੀ ਹਾਥੀ ਨੂੰ ਮਾਰ ਕੇ ਤੇ ਸਾਰਾ ਹੀ ਘਰ ਜਿੱਤ ਲਿਆ, ਸਾਰਾ ਜੰਗ ਜਿੱਤ ਲਿਆ। ਇਉਂ ਮਹਾਰਾਜ ਦੇ ਮੁੱਠੀ ਭਰ ਸਿੰਘਾਂ ਨੇ ਚਮਕੌਰ ਦੀ ਜੰਗ ਲੜ ਕੇ ਤੇ ਕਲਗੀਧਰ ਜੀ ਨੂੰ ਸਹੀ ਸਲਾਮਤ ਉੱਤੋਂ ਕੱਢ ਦਿੱਤਾ ਤੇ ਆਪ ਵੀਰ ਗਤੀ ਨੂੰ ਪ੍ਰਾਪਤ ਹੋ ਗਏ, ਹਾਰ ਨਹੀਂ ਮੰਨੀ। ਇਉਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁੱਠੀ ਭਰ ਸਿੰਘਾਂ ਦੇ ਨਾਲ ਇਹ ਸਾਰੀ ਮੁਸਲਮਾਨੀ ਹਕੂਮਤ ਇਸ ਨੂੰ ਜਿੱਤ ਕੇ ਤੇ ਹਿੰਦੁਸਤਾਨ ਦੀ ਧਰਤੀ ਨੂੰ ਆਜ਼ਾਦ ਕਰਵਾਇਆ। ਇਉਂ ਜਿਹੜੇ ਨਿਮਰਤਾ ਵਾਲੇ ਨੇ ਉਹ ਵਾਹਿਗੁਰੂ ਦੀ ਕਿਰਪਾ ਨਾਲ ਸਭਨਾਂ ਨੂੰ ਜਿੱਤ ਲੈਂਦੇ ਹਨ। ਬੇਅੰਤ ਮਹਿਮਾ ਤਾਕੀ ਕੀਤਕ ਬਰਨ। ਇਹ ਭਾਈ ਉਸ ਪਰਮਾਤਮਾ ਦੀ ਬੇਅੰਤ ਵਡਿਆਈ ਹੈ, ਅਸੀਂ ਕਿੰਨੀ ਕੁ ਵਰਣਨ ਕਰੀਏ। ਭਾਵ ਸੰਪੂਰਨ ਰੂਪ ਦੇ ਵਿੱਚ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ। ਬਲ ਬਲ ਜਾਈਐ ਤਾਕੇ ਚਰਨ। ਇਸ ਲਈ ਉਸ ਪਰਮਾਤਮਾ ਦੇ ਚਰਨ ਕਮਲਾਂ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਲਿਹਾਰ ਕੁਰਬਾਨ ਜਾਣਾ ਕਰੀਏ। ਤੈਨ ਹੀ ਕੀਆ ਜਪ ਤਪ ਧਿਆਨ। ਇਹ ਭਾਈ ਉਸ ਮਨੁੱਖ ਨੇ ਹੀ ਬਾਣੀ ਕਰਕੇ ਜਪ, ਸਰੀਰ ਕਰਕੇ ਤਪ ਤੇ ਮਨ ਕਰਕੇ ਧਿਆਨ ਲਾਉਣਾ ਕੀਤਾ ਹੈ। ਅਨਕ ਪ੍ਰਕਾਰ ਕੀਆ ਤਿਨ ਦਾਨ। ਉਸੇ ਮਨੁੱਖ ਨੇ ਹੀ ਅਨੇਕ ਪ੍ਰਕਾਰ ਦਾ ਦਾਨ ਦੇਣਾ ਕੀਤਾ ਹੈ। ਭਗਤ ਸੋਈ ਕਲਮਹ ਪਰਵਾਨ। ਇਹ ਭਾਈ ਉਹੀ ਅਸਲ ਭਗਤੀ ਕਰਨ ਵਾਲਾ ਸੇਵਕ ਹੈ ਅਤੇ ਕਲਯੁਗ ਦੇ ਵਿੱਚ ਸਫਲ ਜੀਵਨ ਵਾਲਾ ਹੈ। ਸਫਲ ਭਾਈ ਸਫਲ ਯਾਤਰਾ ਆਮਣ ਜਾਣ ਰਹੇ ਮਿਲੇ ਸਾਧਾ। ਜਾ ਕਉ ਠਾਕਰ ਦੀਆ ਮਨ। ਜਿਸ ਮਨੁੱਖ ਨੂੰ ਠਾਕੁਰ ਮਾਲਕ ਪਰਮਾਤਮਾ ਨੇ ਆਦਰ ਮਾਣ ਦੇਣਾ ਕੀਤਾ ਜਾਂ ਮੰਨਣ ਗਿਆਨ ਦੇਣਾ ਕੀਤਾ, ਉਹੀ ਇਸ ਕਲਯੁਗ ਦੇ ਵਿੱਚ ਸੰਤ ਭਗਤ ਪ੍ਰਵਾਨ ਜਿਨ ਪ੍ਰਭ ਧਿਆਇਆ ਸਹੀ ਬਚਖਣ ਜੰਤ। ਸੋ ਇਉਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ, ਉਹੀ ਤੇ ਸੰਤ ਭਲੇ ਗੁਰਸਿੱਖ ਹੈ ਜੇ ਨਾਹੀ ਚਿੰਤ ਪਰਾਈ ਚੁੱਕ ਹੈ। ਉਹੀ ਸੰਤ ਭਗਤ ਪ੍ਰਵਾਨ ਹਨ ਕਲਯੁਗ ਦੇ ਵਿੱਚ ਜਿਹੜੇ ਮਹਾਰਾਜ ਨੂੰ ਭਾ ਗਏ, ਜਿਹਨੂੰ ਆਪ ਮਾਲਕ ਨੇ ਮਾਣ ਆਦਰ ਦਿੱਤਾ ਹੈ। ਸਾਧ ਸੰਗ ਮਿਲ ਭਏ ਪਰਗਾਸ। ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲ ਕੇ ਉਹ ਮਨੁੱਖ ਗਿਆਨ ਦੇ ਚਾਨਣ ਦੇ ਸਹਿਤ ਹੋ ਗਏ ਹਨ। ਸੋ ਸਹਿਜ ਸੁਖ ਆਸ ਨਿਵਾਸ। ਸ਼ਾਂਤ ਸਰੂਪ ਦੀ ਪ੍ਰਾਪਤੀ ਕਰਕੇ ਉਹਨਾਂ ਨੂੰ ਸੁਖ ਪ੍ਰਾਪਤ ਹੋਇਆ ਅਤੇ ਆਸਾਂ ਤੇ ਵਾਸ਼ਨਾਵਾਂ ਤੋਂ ਰਹਿਤ ਹੋਏ ਹਨ, ਜਾਂ ਪ੍ਰਭੂ ਦੀ ਪ੍ਰਾਪਤੀ ਦੀ ਆਸਾ ਦਾ ਨਿਵਾਸ ਹੋਇਆ ਹੈ। ਪੂਰੈ ਸਤਿਗੁਰ ਕੀਆ ਵਿਸਾਸ ਦੀਆ ਵਿਸਾਸ। ਇਹ ਭਾਈ ਪੂਰੇ ਸਤਿਗੁਰਾਂ ਨੇ ਉਹਨਾਂ ਨੂੰ ਭਰੋਸਾ ਨਿਸ਼ਚਾ ਦੇਣਾ ਕੀਤਾ ਹੈ। ਨਾਨਕ ਹੋਏ ਦਾਸਨ ਦਾਸ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਹੜੇ ਸੇਵਕਾਂ ਦੇ ਸੇਵਕ ਹੋਏ ਹਨ
ਉਹਨਾਂ ਨੂੰ ਮਹਾਰਾਜ ਜੀ ਨੇ ਭਰੋਸਾ ਦਿਲਾਸਾ ਦੇਣਾ ਕੀਤਾ ਹੈ। ਨਾਨਕ ਹੋਏ ਦਾਸਨ ਦਾਸ, ਜਿਹੜੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਾਸਾਂ ਦੇ ਦਾਸ ਹੋਏ ਹਨ। ਰਾਮ ਕਲੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਰਾਮਕਲੀ ਰਾਗ ਵਿੱਚ ਇਹ ਪਵਿੱਤਰ 19ਵਾਂ ਸ਼ਬਦ ਉਚਾਰਨ ਕਰ ਰਹੇ ਹਨ। ਦੋਸ ਨ ਦੀਜੈ ਕਾਹੂ ਲੋਗ, ਇਹ ਭਾਈ ਕਿਸੇ ਵੀ ਲੋਕਾਂ ਨੂੰ ਜੀਵਾਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਆਪ ਦੀ ਗਲਤੀ ਨੂੰ ਆਪ ਮੰਨਣਾ ਚਾਹੀਦਾ। ਰਾਜਨੀਤਿਕ ਬੰਦਾ ਕੀ ਕਰਦਾ, ਮੇਰੀ ਗਲਤੀ ਹੈ ਤੇ ਮੈਂ ਦੂਜਿਆਂ ਦੀ ਮੜ ਦੇਣੀ ਹੈ ਕਿ ਉਹ ਵੀ ਗਲਤ ਹੈ, ਉਹ ਵੀ ਗਲਤ ਹੈ। ਸਾਰਿਆਂ ਦੀ ਔਗਣ ਫਰੋਲੀ ਜਾਣੇ ਤਾਂ ਕਿ ਕੋਈ ਕਹਿ ਨਾ ਸਕੇ ਕਿ ਤੂੰ ਰੌਂਗ ਹੈ। ਇੰਜ ਆਪਣੀ ਗਲਤੀ ਲੁਕਾਉਣ ਖਾਤਰ ਅਸੀਂ ਦੂਜਿਆਂ ਦੀਆਂ ਗਲਤੀਆਂ ਜ਼ਾਹਰ ਕਰਦੇ ਹਾਂ, ਉਹਨਾਂ ਦੀ ਨਿੰਦਿਆ ਕਰਦੇ ਹਾਂ। ਪਾਤਸ਼ਾਹ ਜੀ ਕਹਿੰਦੇ ਨੇ ਆਪ ਦੀ ਗਲਤੀ ਨੂੰ ਖੁਦ ਆਪ ਮੰਨੋ। ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰ ਜਣਾ। ਇਉਂ ਦੋਸ਼ ਨ ਦੀਜੈ ਕਾਹੂ ਲੋਗ, ਕਿਸੇ ਵੀ ਲੋਕ ਨੂੰ ਆਪਣੀ ਖਾਤਰ ਆਪਣਾ ਆਪ ਲੁਕਾਉਣ ਖਾਤਰ ਦੋਸ਼ ਨਹੀਂ ਦੇਣਾ ਚਾਹੀਦਾ। ਜੋ ਕਮਾਵਨ ਸੋਈ ਭੋਗ, ਹੈਰਾਨੀ ਦੀ ਗੱਲ ਹੈ ਕਿਸੇ ਬੰਦੇ ਨੂੰ ਤਾਂ ਭਲਾ ਕੀ ਦੇਣਾ। ਆਪਾਂ ਤਾਂ ਰੱਬ ਨੂੰ ਵੀ ਨਹੀਂ ਛੱਡਦੇ। ਲੋਕ ਪਰਮਾਤਮਾ ਨੂੰ ਮਾੜਾ ਕਹਿੰਦੇ ਨੇ। ਕੋਈ ਮਾੜਾ ਕੰਮ ਹੋ ਗਿਆ ਕਹਿਣਾ ਰੱਬ ਨੇ ਕਰਾਇਆ। ਦੱਸੋ ਰੱਬ ਨੇ ਕਦੋਂ ਤੁਹਾਨੂੰ ਆਖਿਆ ਸੀ ਮਾੜਾ ਕੰਮ ਕਰੋ? ਜੇ ਚੰਗਾ ਕੰਮ ਕੀਤਾ ਫਿਰ ਕਹਿਣਾ ਆਪਾਂ ਕੀਤਾ। ਇਹ ਸਾਡੀ ਫਿਤਰਤ ਹੈ। ਹਉਮੈ ਨੂੰ ਹੰਕਾਰ ਨੂੰ ਪੱਠੇ ਪਾਉਂਦਾ ਹੈ ਜੀਵ। ਕੋਈ ਵੀ ਬੁਰਾ ਕਰਮ ਹੋਵੇ ਉਹ ਦੂਜੇ ਤੇ ਮੜ ਦਿੰਦਾ ਕਿ ਦੂਜੇ ਨੇ ਕਰਾਇਆ। ਬੰਦੇ ਨੂੰ ਤਾਂ ਕਹਿਣਾ, ਪਰਮਾਤਮਾ ਤੇ ਵੀ ਦੋਸ਼ ਲਾ ਦਿੰਦਾ ਕਿ ਉਹਨੇ ਕਰਾਇਆ। ਇਹ ਮਹਾਰਾਜ ਕਹਿੰਦੇ ਜੀਵਾਂ ਨੇ ਪੂਰਬਲੇ ਜਨਮਾਂ ਦੇ ਵਿੱਚ ਜੋ ਕਰਮ ਕਮਾਏ ਉਹੀ ਫਲ ਹੁਣ ਭੋਗਣਾ ਕਰਦੇ ਹਨ। ਆਪਨ ਕਰਮ ਆਪੇ ਹੀ ਬੰਦ, ਜੀਵ ਆਪ ਹੀ ਹੰਗਤਾ ਦੇ ਸਹਿਤ ਕਰਮ ਕਰਦਾ ਤੇ ਆਪ ਹੀ ਉਹਨਾਂ ਦੇ ਵਿੱਚ ਵੱਜ ਜਾਂਦਾ ਹੈ। ਮੱਕੜੀ ਆਪਣੇ ਬਣੇ ਜਾਲ ਵਿੱਚ ਆਪ ਹੀ ਫਸ ਕੇ ਮਰ ਜਾਂਦੀ ਹੈ। ਇਉਂ ਪਲਚ ਪਲਚ ਸਗਲੀ ਮੋਈ, ਝੂਠੇ ਤੰਦੇ ਮੋਹ। ਆਵਨ ਜਾਵਨ ਮਾਇਆ ਧੰਦ, ਮਾਇਆ ਦੇ ਧੰਦਿਆਂ ਵਿੱਚ ਲੱਗਣ ਕਰਕੇ ਜੀਵਾਂ ਦਾ ਆਉਣਾ ਜਾਣਾ ਭਾਵ ਜੰਮਣਾ ਮਰਨਾ ਬਣਿਆ ਰਹਿੰਦਾ ਹੈ। ਐਸੀ ਜਾਨੀ ਸੰਤ ਜਨੀ, ਇਹ ਭਾਈ ਅਜਿਹੀ ਜੋ ਕਥਾ ਤੁਹਾਨੂੰ ਕਰਕੇ ਸੁਣਾਈ ਹੈ ਇਹ ਆਮ ਕਿਸੇ ਦੀ ਸਮਝ ਵਿੱਚ ਨਹੀਂ ਆਈ। ਸ਼ਾਂਤ ਚਿਤ ਮਹਾਤਮਾ ਜਿਨ੍ਹਾਂ ਨੇ ਹੀ ਇਹਨੂੰ ਸਮਝਿਆ, ਇਹਨੂੰ ਜਾਣਨਾ ਕੀਤਾ ਹੈ। ਪਰਗਾਸ ਪਿਆ ਪੂਰੇ ਗੁਰ ਬਚਨੀ, ਪੂਰਨ ਗੁਰਾਂ ਦੇ ਬਚਨਾਂ ਦੀ ਕਮਾਈ ਕਰਕੇ ਉਹਨਾਂ ਨੂੰ ਗਿਆਨ ਦਾ ਚਾਨਣਾ ਹੋਇਆ ਹੈ। ਜੇ ਗਿਆਨ ਪ੍ਰਗਾਸ ਅਗਿਆਨ ਮਿਟੰਤ, ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਧਨ ਧਨ ਕਲਤ ਮਿਥਿਆ ਵਿਸਥਾਰ, ਇਹ ਭਾਈ ਇਹ ਜੋ ਤਨ ਸਰੀਰ ਹੈ, ਧਨ ਦੌਲਤ ਹੈ ਤੇ ਕਲਤ ਇਸਤਰੀ ਆਦਿਕ ਦਾ ਪਸਾਰਾ ਜੋ ਹੈ, ਮਹਾਰਾਜ ਕਹਿੰਦੇ ਇਹ ਸਭ ਝੂਠਾ ਹੀ ਹੈ। ਮਿਥਿਆ ਨਾਸ਼ਵੰਤ ਜਿਹੜਾ ਦਿਖਦਾ ਵੀ ਹੋਵੇ ਪਰ ਹੋਵੇ ਵੀ ਨਾ। ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹਉਮੈ ਮਮਤਾ ਮਾਇਆ। ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਮਿਥਿਆ ਰਾਤ ਹਸਤੀ ਅਸਲ ਬਸਤਰਾ, ਮਿਥਿਆ ਰੰਗ ਸੰਗ ਮਾਇਆ ਵੇਖ ਹਸਤਾ। ਮਿਥਿਆ ਤਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ। ਅਸਤਰ ਭਗਤ ਸਾਧ ਕੀ ਸਰਨ,
ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਗੈ ਵਰ ਚਾਲਨ ਹਾਰ। ਹੈ ਵਰ, ਵਰ ਸ੍ਰੇਸ਼ਟ ਹੈ ਘੋੜੇ, ਤੇ ਵਰ ਸ੍ਰੇਸ਼ਟ ਗੈ ਹਾਥੀ ਆਦਿਕ ਵੀ ਚਲੇ ਜਾਣ ਵਾਲੇ ਨਾਸ਼ਵੰਤ ਹਨ। ਪੁਰਾਣਾ ਸਮਾਂ ਹਾਥੀ ਤੇ ਘੋੜਿਆਂ ਦਾ ਸੀਗਾ, ਤੇ ਅੱਜ ਕੱਲ੍ਹ ਗੱਡੀਆਂ ਮੋਟਰਾਂ ਦਾ ਹੈ। ਵਧੀਆ ਤੋਂ ਵਧੀਆ ਮਹਿੰਗੀਆਂ ਗੱਡੀਆਂ ਮੋਟਰਾਂ ਜੋ ਸਾਡੀ ਆਵਾਜਾਈ ਦੇ ਸਾਧਨ ਨੇ, ਮਾਰੇ ਕਹਿੰਦੇ ਨੇ ਇਹ ਸਭ ਚਲਾਏ ਮਾਨ ਹਨ। ਰਾਜ ਰੰਗ ਰੂਪ ਸਭ ਕੂਰਾ। ਰਾਜ ਭਾਗ ਦਾ ਰੰਗ ਆਨੰਦ, ਰੂਪ ਆਕਾਰ ਆਦਿਕ ਵੀ ਸਾਰੇ ਝੂਠੇ ਹਨ। ਨਾਮ ਬਿਨਾਏ ਹੋਏ ਜਾਸੀ ਧੂਰਾ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਸਾਰੇ ਧੂੜ ਮਿੱਟੀ ਰੂਪ ਹੀ ਹੋਈ ਜਾਂਦੇ ਹਨ। ਪਰਮ ਭੁੱਲੇ ਬਾਦ ਅਹੰਕਾਰੀ। ਕਈ ਜੀਵ ਭਰਮ ਦੇ ਵਿੱਚ ਭੁੱਲੇ ਹੋਏ ਹਨ ਅਤੇ ਵਿਅਰਥੀ ਐਵੇਂ ਸਿਰ ਉੱਪਰ ਹੰਕਾਰ ਦੀ ਪੰਡ ਚੁੱਕੀ ਫਿਰਦੇ ਝਗੜਾ ਖੜਾ ਕਰ ਦਿੰਦੇ ਨੇ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਹੈ ਕਿ ਜਿਹੜਿਆ ਖੋਤੇ ਤੁਹਾਨੂੰ ਦੇਖਦੇ ਨੇ ਬਾਹਰੀ ਖੋਤੇ, ਇਹ ਨਕਲੀ ਹਨ। ਅਸਲੀ ਖੋਤੇ ਕਿਹੜੇ ਨੇ? ਨਾਨਕ ਦੇ ਦਰ ਅਸਲ ਖਾਰ। ਸਾਹਿਬ ਕਥਨ ਕਰਦੇ ਕਿ ਅਸਲੀ ਖੋਤੇ ਉਹ ਨੇ ਜੇ ਬਿਨ ਗੁਣ ਗਰਭ ਕਰੰਤ। ਗੁਣ ਵਾਲਾ ਤਾਂ ਭਲਾ ਮਾਣ ਕਰਦਾ ਹੀ ਹੈ ਕਿ ਮੇਰੇ ਵਿੱਚ ਵਕਾਲਤ ਦਾ ਗੁਣ ਹੈ, ਡਾਕਟਰੀ ਦਾ ਗੁਣ ਹੈ, ਇੰਜੀਨੀਅਰਿੰਗ ਦਾ ਗੁਣ ਹੈ, ਤਾਂ ਹੋਰ ਬੜੇ ਗੁਣ ਨੇ ਦੁਨੀਆ ਦੇ ਵਿੱਚ। ਤੇ ਇੱਕ ਝੋਲਾ ਛਾਪ ਡਾਕਟਰ ਹੁੰਦੇ ਨੇ ਮੇਰੇ ਵਰਗੇ, ਨਾ ਕੋਈ ਡਿਗਰੀ, ਨਾ ਕੋਈ ਪੜ੍ਹਾਈ, ਤੇ ਨਾ ਕੋਈ ਸਰਟੀਫਿਕੇਟ, ਤੇ ਬੋਰਡ ਚੁੱਕੇ ਤੁਰੀ ਫਿਰਨਾ ਕਿ ਮੈਥੋਂ ਇਲਾਜ ਕਰਾਓ। ਤੋ ਇੰਝ ਧਾਰਮਿਕ ਲੈਣ ਦੇ ਵਿੱਚ ਵੀ ਆਉਂਦਾ ਜਾਂਦਾ ਕੱਖ ਨਹੀਂ, ਤੇ ਸਾਨੂੰ ਤੁਸੀਂ ਆਪ ਦੇ ਮੁਖੀ ਮੰਨੋ ਜੀ। ਸੋ ਮਹਾਰਾਜ ਕਹਿੰਦੇ ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ। ਜਿਹੜੇ ਬਿਨਾਂ ਗੁਣਾਂ ਤੋਂ ਹੰਕਾਰ ਕਰਦੇ ਅਸਲੀ ਖੋਤੇ ਅੱਜ ਕੱਲ੍ਹ ਦੇ ਵਿਦਵਾਨ ਹਨ। ਆਪ ਦਾ ਇੱਕ ਵੀ ਅੱਖਰ ਨਹੀਂ ਉੜਦਾ। ਦਸਮ ਗ੍ਰੰਥ ਦੇ ਕਿੰਤੂ ਪ੍ਰੰਤੂ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਿੰਤੂ ਪ੍ਰੰਤੂ ਭਾਵੇਂ ਪਾਠ ਵੀ ਨਾ ਕਰ ਸਕਦੇ ਹੋਣ, ਤੇ ਗੱਲਾਂ ਕਰਨੀਆਂ ਬੜੀਆਂ ਉੱਪਰ ਦੀਆਂ, ਉਹ ਮਾਰੇ ਕਹਿੰਦੇ ਅਸਲੀ ਖੋਤੇ ਹਨ। ਇਉਂ ਦੁਨੀਆ ਹੰਕਾਰ ਦੀ ਪੰਡ ਚੁੱਕੀ ਫਿਰਦੀ ਹੈ। ਭਰਮ ਭੁੱਲੇ ਬਾਦ ਅਹੰਕਾਰੀ। ਭਰਮ 'ਚ ਭੁੱਲੇ ਵਿਅਰਥੀ ਹੰਕਾਰੀ ਲੋਕ ਝਗੜਾ ਕਰਦੇ ਹਨ। ਝਗੜਾ ਕਰਦਿਆਂ ਅਣਦਨ ਗੁਜ਼ਰੇ ਅਹੰਕਾਰੀਆਂ ਨਦਕਾਂ ਬੈਠਦੇ। ਸੋ ਮਹਾਰਾਜ ਉਹਨਾਂ ਨੂੰ ਆਪ ਦੀ ਪਿੱਠ ਦਿਖਾਉਂਦਾ ਹੈ। ਸੰਗ ਨਹੀਂ ਰੇ ਸਗਲ ਪਸਾਰੀ। ਝਗੜੇ ਕਰਦੇ ਤੇ ਅਭਿਮਾਨੀ ਹੋ ਰਹੇ ਨੇ। ਹੇ ਭਾਈ, ਇਹ ਸਾਰਾ ਪਸਾਰਾ ਨਾਲ ਨਹੀਂ ਹੋ ਜਾਣਾ। ਸੋਗ ਹਰਖ ਮੈਂ ਦੇਹ ਬਿਰਧਾਨੀ। ਗਮੀ ਤੇ ਖੁਸ਼ੀ ਦੇ ਵਿੱਚ ਇਹ ਜਿਹੜੀ ਦੇਹ ਹੈ ਬਿਰਧ ਹੋ ਗਈ ਹੈ। ਤਾਕਤ ਵਹੀ ਕਰਤਬ ਹਾਨੀ। ਕਠੋਰ ਚਿੱਤ ਵਾਲੇ ਪਤਿਤ ਪੁਰਖਾਂ ਦੀ ਉਮਰ ਇੰਜ ਭਾਵ ਵਿਅਰਥ ਝਗੜੇ ਕਰਦਿਆਂ ਹੋਇਆਂ ਹੀ ਬਤੀਤ ਹੋ ਗਈ ਹੈ। ਹਰ ਕਾ ਨਾਮ ਅੰਮ੍ਰਿਤ ਕਲ ਮਾਹੇ। ਇਹ ਭਾਈ ਹਰੀ ਪ੍ਰਮਾਤਮਾ ਦਾ ਨਾਮ ਇਸ ਕਲਯੁਗ ਦੇ ਵਿੱਚ ਅੰਮ੍ਰਿਤ ਰੂਪ ਹੈ। ਹੋ ਨਿਧਾਨਾ ਸਾਧੂ ਪਾਹੇ। ਇਹ ਨਾਮ ਰੂਪ ਅੰਮ੍ਰਿਤ ਦਾ ਖਜ਼ਾਨਾ ਸ੍ਰੇਸ਼ਟ ਮਹਾਤਮਾ ਜਨ ਸਤਿਗੁਰਾਂ ਦੇ ਪਾਸ ਹੈ। ਨਾਨਕ ਗੁਰ ਗੋਬਿੰਦ ਜਿਸ ਤੂਠਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਹੇ ਭਾਈ,
ਗੋਬਿੰਦ ਪਰਮਾਤਮਾ ਸਰੂਪ ਗੁਰੂ ਜਿਸ ਉੱਪਰ ਪ੍ਰਸੰਨ ਹੋਇਆ ਹੈ। ਘਟ ਘਟ ਰਮਈਆ ਤਨਹੀ ਡੀਠਾ, ਉਸ ਨੇ ਹੀ ਸਾਰੇ ਸਰੀਰਾਂ ਵਿੱਚ ਰਮਿਆ ਹੋਇਆ ਪਰਮਾਤਮਾ ਵੇਖਣਾ ਕੀਤਾ ਹੈ। ਰਾਮ ਕਲੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਰਾਮਕਲੀ ਰਾਗ ਵਿੱਚ ਪਵਿੱਤਰ ਪ੍ਰਮਾਣ ਕਰਦੇ ਹਨ। ਪੰਜ ਸ਼ਬਦ ਤਹ ਪੂਰਨ ਨਾਦ, ਇਹ ਭਾਈ ਤਿੱਥੇ ਸੰਤ ਜਨਾਂ ਦੀ ਸੰਗਤ ਵਿੱਚ ਪੰਜ ਵਾਜੇ ਵੱਜਦੇ ਨੇ, ਭਾਵ ਜੋੜੀਆਂ, ਸਰੰਦੇ, ਤਉਸ, ਰਬਾਬ ਤੇ ਕੈਂਸੀਆਂ ਆਦਿਕ ਦੀ ਪੂਰਨ ਧੁਨੀ ਹੋ ਰਹੀ ਹੈ। ਇਸ ਆਵਾਜ਼ ਦੇ ਨਾਲ ਪੂਰਾ ਘਰ ਭਰਿਆ ਹੋਇਆ, ਪੂਰਾ ਗੁਰਦੁਆਰਾ ਸਾਹਿਬ ਭਰਿਆ ਹੋਇਆ ਹੈ। ਇਸੇ ਪ੍ਰਕਾਰ ਪੰਜ ਸ਼ਬਦ ਤਹ ਪੂਰਨ ਨਾਦ, ਪੰਜ ਨਾਮ ਹੈ ਪ੍ਰਧਾਨ ਦਾ। ਸੋ ਗੁਰੂ ਸਾਹਿਬ ਜੀ ਹਨ, ਗੁਰਾਂ ਦੇ ਸ਼ਬਦ ਦੁਆਰਾ ਪੰਜ ਚੇਤਨ ਤੇ ਪੂਰਨ ਨਾਦ ਬ੍ਰਹਮ ਪ੍ਰਗਟ ਹੁੰਦਾ ਹੈ। ਇਸੇ ਪ੍ਰਕਾਰ ਪੰਜ ਸ਼ਬਦ ਤਹ ਪੂਰਨ ਨਾਦ, ਪੰਜ ਸ਼ਬਦ ਕਿਹੜੇ ਨੇ? ਜਿਸ ਤਰ੍ਹਾਂ ਰਾਧਾ ਸੁਆਮੀਆਂ ਨੇ ਉਹ ਆਪ ਦੇ ਪੰਜ ਨਾਮ ਮੰਨੇ ਨੇ, ਓੰਕਾਰ, ਨਿਰੰਕਾਰ, ਜੋਤ ਨਿਰੰਜਨ ਤੇ ਸੋਹੰ ਤੇ ਸਤਨਾਮ। ਇਹ ਉਹ ਪੰਜ ਸ਼ਬਦ ਦਿੰਦੇ ਹਨ। ਸਰਸੇ ਵਾਲਿਆਂ ਦੇ ਤਿੰਨ ਨੇ, ਉਹਨਾਂ ਦਾ ਤਾਂ ਹੁਣ ਭੋਗ ਹੀ ਪੈ ਗਿਆ। ਸਤਿਪੁਰਖ ਅਕਾਲ ਮੂਰਤ ਤੇ ਸ਼ਬਦ ਸਰੂਪੀ ਰਾਮ, ਨਾਮਧਾਰੀਆਂ ਦਾ ਵਾਹੋ ਵਾਹੋ ਹੈ। ਗੁਰਦੁਆਰੇ ਦਾ ਕੀ ਹੈ? ਵਾਹਿਗੁਰੂ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਜੋਗੀਆਂ ਦੇ ਪੰਜ ਸ਼ਬਦ ਕਿਹੜੇ ਨੇ? ਤਤ ਤੰਤੀ ਬਿਤ ਚਰਮ ਕਾ, ਕਨ ਕਾਸੀ ਕਾ ਜਾਣ ਤੇ ਨਾਦ ਸ਼ਬਦ ਘਟ ਕੋ ਕਹਿਤ, ਸਵਾਸ ਸੁਖਰ ਪਹਿਚਾਨ। ਚਮੜੇ ਵਾਲੇ ਵਾਜੇ, ਬੈਂਡ ਵਾਜੇ, ਹਵਾ ਤੂਤੀਆਂ ਨਫੀਰੀਆਂ ਨਾਲ ਵੱਜਣ ਵਾਲੇ ਹਵਾ ਦੇ ਨਾਲ, ਤੇ ਕਹਿ ਵਾਲੇ ਕਾਂਸੀ ਦੇ ਛੈਣੇ ਆਦਿਕ, ਟੱਲੀਆਂ ਆਦਿਕ। ਸੋ ਇੰਜ ਇਹ ਪੰਜ ਤਰ੍ਹਾਂ ਦੇ ਵਾਜਿਆਂ ਦੀ ਆਵਾਜ਼ ਜਿਹੜਾ ਜੋਗੀ ਹੈ 10ਵੇਂ ਦਵਾਰ 'ਚ ਸੁਣਦਾ ਹੈ। ਗੁਰਦੁਆਰੇ ਦੇ ਪੰਜ ਵਾਜੇ ਕਿਹੜੇ ਨੇ? ਸਾਧ ਸੰਗਤ ਜੀਓ, ਪੰਜ ਸ਼ਬਦ, ਪੰਜ ਵਾਜੇ, ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ, ਤੇ ਮਹਾ ਮੰਤਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਤੇ ਬੀਜ ਰੂ ਮੰਤਰ ਇੱਕ ਓੰਕਾਰ ਇਕੱਲਾ ਹੀ ਜਾਂ ਨਾਲ ਸਤਿਗੁਰ ਪ੍ਰਸਾਦ, ਇਹ ਬੀਜ ਮਰੂ ਮੰਤਰ ਹੈ। ਤੇ ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ। ਗੁਰ ਮੰਤਰ ਵਾਹਿਗੁਰੂ ਹੈ। ਮਾਲਾ ਮੰਤਰ ਸੰਪੂਰਨ ਸ੍ਰੀ ਜਪਜੀ ਸਾਹਿਬ। ਇਹ ਪੰਜ ਸ਼ਬਦ ਵਾਜੇ, ਪੰਜ ਸ਼ਬਦ ਤੇ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਹੈ। ਇਹ ਪੰਜ ਸ਼ਬਦ ਰੂਪ ਪੰਜ ਵਾਜੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਵੱਜ ਰਹੇ ਹਨ। ਪ੍ਰਤੱਖ ਇਹ ਜਿਹੜੇ ਵਾਜੇ ਨੇ, ਸੱਚਖੰਡ ਹਜ਼ੂਰ ਸਾਹਿਬ ਜਦ ਸ਼ਾਮਾਂ ਦਾ ਦੀਵਾਨ ਲੱਗਦਾ ਹੈ ਤਾਂ ਜਿਹੜੇ ਦੱਖਣੀਏ ਨੇ ਉਹ ਤੂਤੀਆਂ, ਨਫੀਰੀਆਂ ਤੇ ਜਿਹੜੇ ਛੋਟੇ ਨਗਾਰੇ ਨੇ ਢੋਲਕੀਆਂ ਜੀਆਂ ਲੈ ਕੇ ਚੰਨ ਗੰਗਾ ਦੇ ਨਜ਼ਦੀਕ ਨਿਸ਼ਾਨ ਸਾਹਿਬ ਦੇ ਹੇਠਾਂ ਬੈਠੇ ਹੋਏ ਸੰਗਤਾਂ ਦੇ ਮਨ ਨੂੰ ਮੋਹਦੇ ਨੇ, ਗੁਰੂ ਦੀ ਹਜ਼ੂਰੀ 'ਚ ਹਾਜ਼ਰੀ ਲਵਾਉਂਦੇ ਨੇ। ਸੰਗਤਾਂ ਉਹਨਾਂ ਨੂੰ ਮਾਇਆ ਦੀ ਸੇਵਾ ਕਰਦੀਆਂ। ਉਹ ਖੁਸ਼ੀ ਦੇ ਵਾਜੇ, ਜਿਹਦੇ ਘਰ ਵਿਆਹ ਹੋਵੇ ਉਹਦੇ ਘਰ ਅੱਗੇ ਵਾਜੇ ਵੱਜਦੇ ਨੇ, ਇਉਂ ਹਜ਼ੂਰ ਸਾਹਿਬ ਪ੍ਰਤੱਖ ਵਾਜੇ ਵੱਜਦੇ। ਬਾਕੀ ਕੀਰਤਨ ਨੂੰ ਵਾਜੇ ਵੱਜ ਰਹੇ ਹਨ। ਅਨਹਦ ਬਾਜੇ ਅਚਰਜ ਵਿਸਮਾਦ, ਸੰਤਾਂ ਦੀ ਸੰਗਤ ਵਿੱਚ ਅਚਰਜ ਤੋਂ ਅਚਰਜ
ਇੱਕ ਰਸ ਨਾਮ ਰੂ ਵਾਜੇ ਵੀ ਵੱਜ ਰਹੇ ਹਨ। ਕੇਲ ਕਰਹਿ ਸੰਤ ਹਰ ਲੋਗ, ਜੋ ਹਰੀ ਪ੍ਰਮਾਤਮਾ ਦੇ ਲੋਕ ਸ਼ਾਂਤਚਿਤ ਮਹਾਤਮਾ ਜਨ ਹਰੀ ਨਾਲ ਮਿਲ ਕੇ ਖੁਸ਼ੀਆਂ ਆਨੰਦ ਮਨਨਾ ਕਰਦੇ ਹਨ। ਪਾਰ ਬ੍ਰਹਮ ਪੂਰਨ ਨਿਰਜੋਗ, ਅਤੇ ਉਹਨਾਂ ਨੂੰ ਨਿਰਜੋਗ ਬੰਧਨਾਂ ਤੋਂ ਰਹਿਤ ਪੂਰਨ ਪਰਮਾਤਮਾ ਪ੍ਰਾਪਤ ਹੋਇਆ, ਜਾਂ ਪੂਰਨ ਭਾਰ ਬ੍ਰਹਮ ਦੇ ਵਿੱਚ ਵਿਸ਼ੇਸ਼ ਕਰਕੇ ਜੁੜੇ ਰਹਿੰਦੇ ਹਨ। ਸੁਖ ਸਹਿਜ ਆਨੰਦ ਭਵਨ, ਉਹ ਸੁਖ ਸ਼ਾਂਤ ਸਰੂਪ ਪਰਮਾਤਮਾ ਦੇ ਆਨੰਦ ਦੇ ਘਰ ਹੋਏ ਹਨ, ਜਾਂ ਉਹਨਾਂ ਨੂੰ ਸੰਤ ਜਨਾਂ ਦੀ ਸੰਗਤ ਰੂਪ ਘਰ ਦੇ ਵਿੱਚ ਸਹਿਜੀ ਸੁਖ ਸਰੂਪ ਪਰਮਾਤਮਾ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਸਾਧ ਸੰਗ ਬੈਸ ਗੁਣ ਗਾਵਹਿ, ਇਹ ਭਾਈ ਸ੍ਰੇਸ਼ਟ ਮਹਾਤਮਾ ਜਿਨ੍ਹਾਂ ਦੀ ਸੰਗਤ ਵਿੱਚ ਬੈਠ ਕੇ ਜੋ ਪਰਮਾਤਮਾ ਦੇ ਗੁਣ ਗਾਉਣਾ ਕਰਦੇ ਹਨ। ਤਹ ਰੋਗ ਸੋਗ ਨਹੀਂ ਜਨਮ ਮਰਨ, ਉਹਨਾਂ ਨੂੰ ਉੱਥੇ ਸੰਗਤ ਵਿੱਚ ਅਗਿਆਨ ਆਦਿਕ ਦਾ ਰੋਗ ਨਹੀਂ ਹੁੰਦਾ, ਵਿਛੋੜੇ ਦਾ ਸੋ ਗਮ ਨਹੀਂ ਹੁੰਦਾ, ਤੇ ਜੰਮਣ ਮਰਨ ਦਾ ਦੁੱਖ ਨਹੀਂ ਲੱਗਦਾ ਹੈ। ਹਰਖ ਅਨੰਤ ਸੋਗ ਨਹੀਂ ਪੀਆ, ਸੋ ਘਰ ਗੁਰ ਨਾਨਕ ਕੋ ਦੀਆ। ਤੈ ਸਹਿਜ ਖਾਰੇ ਅਨੇਕ ਅਨੰਤ, ਪਾਰ ਬ੍ਰਹਮ ਕੇ ਸੰਗੀ ਸੰਤ। ਸੋ ਇਉਂ ਇਹ ਮਹਾਰਾਜ ਸਾਹਿਬ ਨੇ ਸੂਹੀ ਰਾਗ ਵਿੱਚ ਵੀ ਸ਼ਬਦ ਉਚਾਰਿਆ, ਸੱਚਖੰਡ ਦੀ ਅਵਸਥਾ ਵਾਲਾ ਹੈ। ਸੂਹੀ ਮਹੱਲਾ ਪੰਜਵਾ। ਸੂਖ ਮਹਿਲ ਜਾ ਕੇ ਉੱਚ ਦੁਆਰੇ, ਤਾਮੈ ਵਾਸੈ ਭਗਤ ਪਿਆਰੇ। ਉੱਥੇ ਸੰਤ ਪਿਆਰੇ ਭਗਤ ਪਿਆਰੇ ਵਸਦੇ ਨੇ, ਜਿੱਥੇ ਸੁੱਖ ਦੇ ਮਹੱਲ ਹਨ। ਨਾ ਕੋਈ ਰੋਗ ਨਾ ਕੋਈ ਸੋਗ, ਪ੍ਰਭ ਰੋਗ ਮਿਟਾਵੇ ਨਵਾਂ ਨਰੋਆ, ਨਾਨਕ ਰੱਖਾ ਆਪੇ ਹੋਆ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਊਹਾ ਸਿਮਰ ਹੈ ਕੇਵਲ ਨਾਮ, ਉਸ ਸਾਧ ਸੰਗਤ ਵਿੱਚ ਸੰਤ ਜਨ ਕੇਵਲ ਮੋਖ ਦੀ ਪ੍ਰਾਪਤੀ ਵਾਸਤੇ ਪਰਮਾਤਮਾ ਦਾ ਨਾਮ ਹੀ ਸਿਮਰਦੇ ਨੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਬਿਰਲੇ ਪਾਵਹਿ ਓਹ ਬਿਸਰਾਮ, ਕੋਈ ਵਿਰਲੇ ਟਾਵੇਂ ਟਾਵੇਂ ਮਨੁੱਖੀ ਉਹ ਸਾਧ ਸੰਗਤ ਵਿੱਚ ਸਥਿਤੀ ਪਾਉਣਾ ਕਰਦੇ ਹਨ। ਭੋਜਨ ਪਾਉ ਕੀਰਤਨ ਆਧਾਰ, ਸੰਤ ਜਨਾਂ ਨੂੰ ਪ੍ਰੇਮ ਗਿਆਨ ਦੇ ਭਜਨ ਅਤੇ ਕੀਰਤਨ ਜਸ ਦਾ ਆਸਰਾ ਹੈ। ਨਿਚਲ ਆਸਨ ਬੇਸੁਮਾਰ, ਉਹਨਾਂ ਦਾ ਅਚਲ ਸਰੂਪ ਦੇ ਵਿੱਚ ਆਸਨ ਹੈ, ਜੋ ਗਿਣਤੀ ਮਿਣਤੀ ਤੋਂ ਰਹਿਤ ਹੈ। ਡਿਗੈ ਨ ਡੋਲੈ ਕਤਹੁ ਨਾ ਤਾਵੈ, ਕਰਤਾਰਪੁਰ ਸਾਹਿਬ ਵਾਲੀ ਭੀੜ ਵਿੱਚ ਡਿੱਗ ਪਾਠ ਵੀ ਹੈ, ਤੇ ਦਮਦਮਾ ਸਾਹਿਬ ਦਾ ਪਾਠ ਡਿੱਗਿਆ ਹੈ। ਉਹਨਾਂ ਦਾ ਮਨ ਕਾਮ ਕ੍ਰੋਧ ਆਦਿਕ ਵਿਕਾਰਾਂ ਵਿੱਚ ਡਿੱਗਦਾ ਨਹੀਂ ਹੈ। ਡਿੱਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ, ਅਤੇ ਨਾ ਹੀ ਜੜ ਚੇਤਨ ਮਾਇਆ ਦੇ ਵਿੱਚ ਡੋਲਦਾ ਹੈ, ਤੇ ਨਾ ਹੀ ਸੰਕਲਪਾਂ ਵਿਕਲਪਾਂ ਵਿੱਚ ਕਿਤੇ ਦੌੜ ਜਾਂਦਾ ਹੈ। ਇਸੇ ਪ੍ਰਕਾਰ ਡਿਗੈ ਡੋਲੈ ਕਤਹੁ ਨਾ ਤਾਵੈ, ਡਿੱਗੇ ਵਿੰਗੇ ਪਾਪ ਕੁਸੰਗ ਦੀ ਰਸਤੇ ਵਿੱਚ ਡੋਲਦਾ ਨਹੀਂ, ਤੇ ਵਾਸ਼ਨਾ ਵਿੱਚ ਕਿਧਰੇ ਦੌੜਦਾ ਨਹੀਂ ਹੈ। ਗੁਰ ਪ੍ਰਸਾਦ ਕੋਇਹੁ ਮਹਲ ਪਾਵੈ, ਗੁਰਾਂ ਦੀ ਕਿਰਪਾ ਦੁਆਰਾ ਕੋਈ ਵਿਰਲਾ ਹੀ ਇਹ ਸੰਤਾਂ ਦੀ ਸੰਗਤ ਰੂ ਮਹਲ ਨੂੰ ਪਾਉਣਾ ਕਰਦਾ, ਜਾਂ ਸਰੂਪ ਰੂਪੀ ਮਹਲ ਨੂੰ ਕੋਈ ਵਿਰਲਾ ਹੀ ਪਾਉਂਦਾ ਹੈ। ਭਰਮ ਭੈ ਮੋਹ ਮਾਇਆ ਨਾ ਮਾਇਆ ਜਾਲ, ਸੰਤਾਂ ਦੀ ਸੰਗਤ ਵਿੱਚ 5 ਪ੍ਰਕਾਰ ਦਾ ਭਰਮ ਨਹੀਂ ਰਹਿੰਦਾ, 7 ਪ੍ਰਕਾਰ ਦਾ ਡਰ ਨਹੀਂ ਰਹਿੰਦਾ, ਅਤੇ ਪਦਾਰਥਾਂ ਜਾਂ ਸਰੀਰਾਂ ਦਾ ਮੋਹ ਨਹੀਂ ਰਹਿੰਦਾ, ਤੇ ਮਾਇਆ ਦਾ ਫਾਹਾ ਨਹੀਂ ਵਿਆਪਦਾ।
ਸੰਗਤ ਵਿੱਚ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਬਿਰਤੀ ਜੁੜ ਜਾਂਦੀ ਹੈ। ਸੁਨ ਸਮਾਦ ਪ੍ਰਭੂ ਕਿਰਪਾਲ, ਸੰਤ ਜਨਾਂ ਦੀ ਅਫੁਰ ਸਰੂਪ ਦੇ ਵਿੱਚ ਸਮਾਧੀ ਲੱਗੀ ਰਹਿੰਦੀ ਹੈ ਅਤੇ ਪਰਮਾਤਮਾ ਉਹਨਾਂ ਦੀ ਕਿਰਪਾਲੋ ਮਿਹਰਬਾਨ ਹੋਇਆ ਰਹਿੰਦਾ ਹੈ। ਤਾਂ ਕਾ ਅੰਤ ਨਾ ਪਾਰਾਵਾਰ, ਇਸ ਹਰੀ ਦਾ ਪਾਰਾਵਾਰ ਪਾਰ-ਉਰਾਰ ਕਰਕੇ ਕੋਈ ਵੀ ਅੰਤ ਅਖੀਰ ਨਹੀਂ ਆਉਂਦਾ। ਇਸੇ ਪ੍ਰਕਾਰ ਤਾਂ ਕਾ ਅੰਤ ਨ ਪਾਰਾਵਾਰ, ਉਹਨਾਂ ਸੰਤ ਜਨਾਂ ਦਾ ਲੋਕ ਪਰਲੋਕ ਕਰਕੇ ਅੰਤ ਨਹੀਂ ਪਾਇਆ ਜਾਂਦਾ, ਭਾਵ ਉਹਨਾਂ ਨੂੰ ਬੇਅੰਤ ਆਨੰਦ ਪ੍ਰਾਪਤ ਹੋਇਆ ਰਹਿੰਦਾ ਹੈ। ਆਪੇ ਗੁਪਤ ਆਪੇ ਪਾਸਾਰ, ਉਹਨਾਂ ਦੇ ਨਿਸ਼ਚੇ ਵਿੱਚ ਪਰਮਾਤਮਾ ਆਪ ਹੀ ਨਿਰਗੁਣ ਸਰੂਪ ਕਰਕੇ ਲੁਕਿਆ ਹੋਇਆ ਹੈ ਅਤੇ ਆਪ ਹੀ ਸਰਗੁਣ ਸਰੂਪ ਕਰਕੇ ਪਸਾਰੀ ਵਾਲਾ ਹੈ। ਇਸੇ ਪ੍ਰਕਾਰ ਆਪੇ ਗੁਪਤ ਆਪੇ ਪਾਸਾਰ, ਆਪ ਹੀ ਅਗਿਆਨੀਆਂ ਨੂੰ ਗੁਪਤ ਹੋ ਰਿਹਾ ਹੈ ਤੇ ਆਪ ਹੀ ਸੰਤ ਜਨਾਂ ਨੂੰ ਪਸਰਿਆ ਹੋਇਆ ਦ੍ਰਿਸ਼ਟੀ ਦੇ ਵਿੱਚ ਆਉਂਦਾ ਹੈ। ਜਾ ਕੈ ਅੰਤਰ ਹਰ ਹਰ ਸਵਾਦ, ਜਿਸ ਮਨੁੱਖ ਦੇ ਹਿਰਦੇ ਅੰਦਰ ਹਰੇ ਪਰੇ ਕਰਨ ਵਾਲੇ ਹਰੀ ਪ੍ਰਭੂ ਦੇ ਨਾਮ ਦਾ ਸਵਾਦ ਰਸ ਪ੍ਰਾਪਤ ਹੋਇਆ ਹੈ। ਕਹਿਣ ਨ ਜਾਈ ਨਾਨਕ ਬਿਸਮਾਦ, ਤਾਂ ਸਤਿਗੁਰੂ ਮਹਾਰਾਜ ਕਥਨ ਕਰਦੇ ਕਿ ਉਸ ਬਾਬਤ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿ ਉਹਨੂੰ ਕਿੰਨਾ ਕੁ ਆਨੰਦ ਪ੍ਰਾਪਤ ਹੋਇਆ। ਉਹ ਤਾਂ ਅਚਰਜ ਰੂਪੀ ਹੋ ਜਾਂਦਾ ਹੈ। ਰਾਮ ਕਲੀ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਰਾਮਕਲੀ ਰਾਗ ਵਿੱਚ ਸ਼ੋਭਾਵਨ ਫਰਮਾਨ ਕਰਦੇ ਹਨ। ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ, ਇਹ ਭਾਈ ਜਿਨ੍ਹਾਂ ਸੰਤ ਜਨਾਂ ਦੇ ਨਾਲ ਮਿਲਣ ਕਰਕੇ ਪਰਮਾਤਮਾ ਚੇਤੇ ਆਇਆ ਹੈ। ਸੰਗਤ ਕਰਤਾ ਸੰਤੋਖ ਮਨ ਪਾਇਆ, ਉਹਨਾਂ ਦੀ ਸੰਗਤ ਕਰਦਿਆਂ ਹਿਰਦੇ ਵਿੱਚ ਭਲੀ ਪ੍ਰਕਾਰ ਤ੍ਰਿਪਤੀ ਨੂੰ ਪਾਉਣਾ ਕੀਤਾ ਹੈ। ਸੰਤਹ ਚਰਨ ਮਾਥਾ ਮੇਰੋ ਪੌਤ, ਅਜਿਹੇ ਸੰਤ ਜਨਾਂ ਦੇ ਚਰਨਾਂ ਤੇ ਮੇਰਾ ਮੱਥਾ ਮੇਰਾ ਸਿਰ, ਇਹ ਹੈ ਮਹਾਰਾਜ ਮੈਂ ਅਰਦਾਸ ਕਰਦਾ ਕਿ ਹਮੇਸ਼ਾ ਹੀ ਪਿਆ ਰਹੇ। ਅਨਕ ਬਾਰ ਸੰਤਹ ਡੰਡੋਤ, ਮੈਂ ਅਨੇਕਾਂ ਵਾਰ ਅਜੇ ਸੰਤ ਜਨਾਂ ਨੂੰ ਡੰਡੇਵਤ ਲੰਮੇ ਪੈ ਕੇ ਨਮਸਕਾਰ ਕਰਦਾ ਹਾਂ। ਇਹੋ ਮਨ ਸੰਤਨ ਕੈ ਬਲਹਾਰੀ, ਇਹ ਭਾਈ ਮੇਰਾ ਇਹ ਮਨ ਸੰਤ ਜਨਾਂ ਦੇ ਉੱਪਰੋਂ ਬਲਿਹਾਰ ਕੁਰਬਾਨ ਜਾਂਦਾ ਹੈ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ, संत हमारी ओट सताणी, संत हमारा गहना। हम संतन स्यों बन आई, पूरब लिखिया पाई, इह मन तेरा भाई रहा। संतन स्यों मेरी लेवा देवी, संतन स्यों ब्योहारा। संतन स्यों हमला खाटिया, हर भगत भरे भंडारा। संतन मोको पूंजी सौंपी, तो उतरिया मन का धोखा। धर्म राय अब कहाँ करेगो, जो फाटियो सगलो लेखा। महा आनंद भय सुख पाया, संतन कै प्रसादे। कहो नानक हर सिउ मन मानिया, रंग रते बेसमादे। ਇਹ ਅਸੀਂ ਆਪਣਾ ਮਨ ਸੰਤਾਂ ਤੋਂ ਬਲਿਹਾਰ ਕਰਦੇ ਹਾਂ। ਜਾਂ ਕੀ ਓਟ ਗਹੀ ਸੁਖ ਪਾਇਆ, ਜਿਨ੍ਹਾਂ ਸੰਤਾਂ ਜਨਾਂ ਦੀ ਓਟ ਸ਼ਰਨ ਗ੍ਰਹਿਣ ਕਰਕੇ
ਆਤਮਿਕ ਸੁਖ ਪ੍ਰਾਪਤ ਕਰੀਦਾ ਹੈ। ਰਾਖੇ ਕਿਰਪਾ ਤਾਰੀ, ਉਹ ਆਪਣੀ ਕਿਰਪਾ ਮਿਹਰ ਧਾਰਨ ਕਰਕੇ ਰੱਖ ਲੈਂਦੇ ਹਨ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸੰਤ ਚਰਨ ਧੋਏ ਧੋਏ ਪੀਵਾ। ਇਹ ਭਾਈ ਮੈਂ ਅਜੇ ਸ਼ਾਂਤਚਿਤ ਮਹਾਤਮਾ ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਗੁਰਦਾਸ ਸਾਹਿਬ ਜੀ ਵਰਗੇ, ਤਿੰਨਾਂ ਭਾਈ ਪੁਰਾਣਾ, ਭਾਈ ਜੇਠਾ, ਭਾਈ ਬਿਧੀ ਚੰਦ ਜੀ ਵਰਗੇ ਬ੍ਰਹਮ ਗਿਆਨੀ ਸੰਤਾਂ ਦੇ ਚਰਨਾਂ ਨੂੰ, ਜਿਹੜੇ ਕਮਲਾਂ ਦੀ ਤਰ੍ਹਾਂ ਨਿਰਲੇਪ, ਉਹਨਾਂ ਨੂੰ ਧੋ ਧੋ ਕੇ ਤੇ ਮੈਂ ਪੀਣਾ ਕਰਦਾ ਹਾਂ। ਨਵੇਂ ਪਾਤਸ਼ਾਹ ਤੱਕ ਚਰਨ ਪੌਲ ਦੀ ਮਰਜ਼ਾਦਾ ਰਹੀ ਹੈ। ਇਹ ਇੱਕ ਨਿਮਰਤਾ ਦਾ ਸੂਚਕ ਸਮਝਣਾ, ਤੇ ਬਾਕੀ ਕਿਸੇ ਸਾਧੂ ਸੰਤ ਦੇ ਪੈਰ ਧੋ ਕੇ ਨਹੀਂ ਪੀਣੇ। ਗੁਰੂਆਂ ਨੇ ਆਪ ਦੇ ਪੈਰ ਧਵਾ ਕੇ ਪੀਣੇ ਤੇ ਵੀ ਮਨਾ ਕਰ ਦਿੱਤਾ ਸੀਗਾ। ਖੰਡੇ ਬਾਟੇ ਦਾ ਮਹਾਰਾਜ ਕਹਿੰਦੇ ਅੰਮ੍ਰਿਤ ਛਕੋ। ਜਿਹੜੇ ਅੰਮ੍ਰਿਤਧਾਰੀ ਮਾਈ ਭਾਈ ਨੇ ਉਹ ਚਰਨ ਗੰਗਾ ਦੇ ਵਿੱਚੋਂ ਵੀ ਜਲ ਨਾ ਲੈਣ, ਇਹ ਬੇਨਤੀ ਹੈ, ਕਿਉਂਕਿ ਉਹ ਜਿਹੜਾ ਪਾਣੀ ਹੈ ਕੇਵਲ ਪੈਰ ਧੋਣ ਲਈ ਪਾਇਆ ਗਿਆ ਹੈ। ਤੇ ਬਾਕੀ ਜਿੱਦ ਨਹੀਂ ਕਰਨੀ ਚਾਹੀਦੀ। ਨਿਮਰਤਾ ਕਿਸੇ ਹੋਰ ਪਾਸੇ ਵੀ ਜਣਾ ਸਕਦੇ ਆ। ਜਿਸ ਮੂੰਹ ਦੇ ਵਿੱਚ ਗੁਰੂ ਸਾਹਿਬ ਦਾ ਬਾਣੀ ਦਾ ਖੰਡੇ ਬਾਟੇ ਦਾ ਅੰਮ੍ਰਿਤ ਪੈ ਗਿਆ, ਉਹਦੇ 'ਚ ਜੂਠਾ ਪੈਰਾਂ ਵਾਲੇ ਪਾਣੀ ਮੈਨੂੰ ਮਾਫ ਕਰਨਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਮਹਾਰਾਜ ਦਾ ਅੰਮ੍ਰਿਤ ਜੋ ਮੂੰਹ 'ਚ ਪਿਆ ਹੋਇਆ ਤੇ ਅੰਮ੍ਰਿਤਧਾਰੀ ਨੂੰ ਜੂਠ ਖਾਣੀ ਮਨਾ ਹੈ। ਤੇ ਫਿਰ ਕੇਸਾਂ 'ਚ ਵੀ ਅੰਮ੍ਰਿਤ ਪਿਆ ਹੋਇਆ, ਇਹਨੂੰ ਵੀ ਜੂਠੇ ਹੱਥ ਨਹੀਂ ਲਾਉਣੇ। ਇਉਂ ਹੁਣ ਕੇਵਲ ਨਿਮਰਤਾ ਦਾ ਸੋਚ ਕੇ ਸਮਝਣਾ। ਬਾਕੀ ਹੋਰ ਆਪਾਂ ਸੇਵਾ ਕਰ ਸਕਦੇ ਹਾਂ। ਚਰਨ ਧੂੜ ਤੇਰੇ ਜਨ ਕੀ ਹੋਵਾ, ਮਤਲਬ ਨਿਮਰਤਾ ਦੇ ਵਿੱਚ ਸਾਧੂ ਸੰਤਾਂ ਦਾ ਬਚਨ ਮੰਨਣਾ, ਨਾਮ ਜਪਣਾ, ਇਹੀ ਅੰਮ੍ਰਿਤ ਚਰਨ ਅੰਮ੍ਰਿਤ ਨੂੰ ਛਕਣਾ ਹੈ। ਸੰਤ ਦਰਸਾ ਪੇਖ ਪੇਖ ਜੀਵਾ। ਤਤਮਤਿਆ ਦਾ ਵਿਚਰ ਕਰਨ ਵਾਲੇ ਮਹਾਤਮਾ ਜਨਾਂ ਦੇ ਪੂਜਨੀਕ ਸੱਜੇ ਖੱਬੇ ਚਰਨਾਂ ਨੂੰ ਨੇਤਰਾਂ ਵਿਚਲੇ ਵਿਰਾਗ ਦੇ ਜਲ ਨਾਲ ਧੋ ਧੋ ਕੇ ਸ਼ਰਧਾ ਧਾਰਨ ਕਰਨ ਰੂਪੀ ਨਾ ਕਰਦਾ। ਸੰਤ ਜਨਾਂ ਦੀ ਦਰਸ਼ਨ ਦੀਦਾਰ ਵੇਖ ਵੇਖ ਕੇ ਹੀ ਮੈਂ ਜਿਉਂਦਾ ਹਾਂ। ਸੰਤ ਕੀ ਮੇਰਾ ਮਨ ਆਸ, ਸੰਤ ਜਨਾਂ ਦੀ ਹੀ ਮੇਰੇ ਹਿਰਦੇ ਵਿੱਚ ਆਸ ਉਮੀਦ ਹੈ। ਸੰਤ ਹਮਾਰੀ ਨਿਰਮਲ ਰਾਸ, ਸੰਤ ਜਨ ਸਾਡੀ ਉਜਲ ਪੂੰਜੀ ਜਾਂ ਬ੍ਰਹਮ ਵਿਦਿਆ ਸ਼ਰਧਾ ਰੂਪੀ ਉਜਲ ਪੂੰਜੀ ਹੈ। ਸੰਤ ਹਮਾਰਾ ਰਾਖਿਆ ਪੜਦਾ। ਇਹ ਭਾਈ ਸੰਤ ਜਨਾਂ ਨੇ ਸਾਡਾ ਪੜਦਾ ਰੱਖ ਲਿਆ, ਭਾਵ ਇੱਜ਼ਤ ਰੱਖ ਲਈ ਹੈ। ਸੰਤ ਪ੍ਰਸਾਦ ਮੋਹ ਕਬਹੂ ਨਾ ਕੜਦਾ। ਸੰਤਾਂ ਜਨਾਂ ਦੀ ਕਿਰਪਾ ਕਰਕੇ ਹੀ ਮੈਨੂੰ ਕਦੇ ਵੀ ਝੂਰਾ ਨਹੀਂ ਹੁੰਦਾ। ਜਦੋਂ ਦਾ ਗੁਰਦੁਆਰੇ ਆਇਆ ਹਾਂ ਹਮੇਸ਼ਾ ਖੁਸ਼ ਰਹੀਦਾ, ਕਦੀ ਵੀ ਝੂਰਦਾ ਨਹੀਂ ਹਾਂ। ਘਰਾਂ ਦੇ ਵਿੱਚ ਤਾਂ 100 ਗੱਲਬਾਤ, ਨਿੰਦਿਆ, ਚੁਗਲੀ, ਈਰਖਾ, ਜਿਸ ਦੇ ਨਾਲ ਮਨ ਹਮੇਸ਼ਾ ਉਦਾਸ ਰਹਿੰਦਾ। ਇੱਥੇ ਕਿਸੇ ਕੰਮ 'ਚ ਦਖਲ ਨਾ ਦਿਓ, ਕਿਸੇ ਦੀ ਗੱਲ ਸੁਣੋ ਨਾ, ਕਿਸੇ ਦੀ ਕਰੋ ਨਾ, ਫਿਰ ਆਨੰਦ ਹੀ ਆਨੰਦ, ਬਾਗੋ ਹੀ ਬਾਗ ਮਨ। ਤੇ ਝੂਰਨ ਸਾਡੇ ਦੁਸ਼ਮਣ, ਆਪਾਂ ਭਲਾ ਉਦਾਸ ਕਿਉਂ ਹੋਈਏ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸੰਤ ਸੰਗ ਦੀਆਂ ਕਿਰਪਾਲ। ਸੰਤ ਜਨਾਂ ਦਾ ਸੰਗ ਦਿਆਲੂ ਪ੍ਰਮਾਤਮਾ ਨੇ ਸਾਨੂੰ ਧੁਰ ਤੋਂ ਬਖਸ਼ਿਸ਼ ਕਰਨਾ ਕੀਤਾ ਹੈ। ਸੰਤ ਸਹਾਈ ਭਏ ਦਿਆਲ। ਸਹਾਇਤਾ ਕਰਨ ਵਾਲੇ ਸੰਤ ਜਨ ਸਾਡੇ ਤੇ ਦਿਆਲੂ ਹੋਏ ਹਨ। ਤਾਈਓ ਕਥਾ ਕੀਰਤਨ ਸਾਨੂੰ ਪ੍ਰਾਪਤ ਹੋਇਆ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਸੁਰਤ ਮਤ ਬੁੱਧ ਪਰਗਾਸ। ਸੰਤਾਂ ਦੀ ਕਿਰਪਾ ਕਰਕੇ ਸ਼ਾਸਤਰਾਂ ਦੀ ਸੁਰਤੀ, ਸਾਨੂੰ ਸੁਰਤ ਸੰਤਾਂ ਦੀ ਕਿਰਪਾ ਨਾਲ ਹੀ ਆਈ ਹੈ। ਤੇ ਜਿਹੜੀ ਵਿਵਹਾਰਾਂ ਦੀ ਅਕਲ, ਪਰਮਾਰਥ ਦੀ ਬੁੱਧੀ ਦਾ ਚੰਨ,
ਇਹ ਸੰਤਾਂ ਦੀ ਕਿਰਪਾ ਨਾਲ ਹੋਇਆ ਹੈ। ਗਹਿਰ ਗੰਭੀਰ ਅਪਾਰ ਗੁਣ ਤਾਸ, ਸ੍ਰੇਸ਼ਟ ਪ੍ਰੀਤੀ ਕਰਕੇ ਬੁੱਧੀ ਅੰਦਰ ਸਤਿਗੁਰਾਂ ਦੀ ਸਿੱਖਿਆ ਦਾ ਚਾਨਣ ਹੋਇਆ, ਜਾਂ ਗਿਆਸ ਰੂਪ ਬ੍ਰਹਮ ਦੀ ਸਿੱਖਿਆ ਪ੍ਰਾਪਤ ਹੋਣ ਕਰਕੇ ਆਤਮ ਸ਼ੈਣੀ ਮੁੱਧ ਦਾ ਪ੍ਰਕਾਸ਼ ਹੋਇਆ। ਉਹ ਪਰਮਾਤਮਾ ਨਿਰਹਲ, ਡੂੰਘਾ, ਪਾਰਾਵਾਰ ਤੋਂ ਰਹਿਤ ਅਤੇ ਸ਼ੁਭ ਗੁਣਾਂ ਦਾ ਖਜ਼ਾਨਾ ਤੇ ਸੰਤ ਜਨ ਉਸੇ ਦਾ ਹੀ ਸਰੂਪ ਹਨ। ਨਾਨਕ ਜੀ ਜੰਤ ਸਗਲੇ ਪ੍ਰਤਪਾਲ, ਗਹਿਰ ਗੰਭੀਰ ਅਪਾਰ ਗੁਣ ਤਾਸ। ਉਹ ਪਰਮਾਤਮਾ ਨਿਰਹਲ, ਡੂੰਘਾ, ਪਾਰਾਵਾਰ ਤੋਂ ਰਹਿਤ ਦੇ ਗੁਣਾਂ ਦਾ ਖਜ਼ਾਨਾ ਤੇ ਸੰਤ ਜਨ ਉਹਦਾ ਸਰੂਪ ਨੇ। ਰਾਮ ਸੰਤ ਮੈਂ ਭੇਦ ਕਿਛ ਨਾਹੀ, ਏਕ ਜਨ ਕਈ ਮੈਂ ਲਾਖ ਕਰੋੜੀ। ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੇ ਸਮਾਏ। ਸੰਤ ਗੋਬਿੰਦ ਕਾ ਇੱਕ ਹੈ ਕਾਮ, ਸੰਤਾਂ ਦਾ ਤੇ ਗੋਬਿੰਦ ਦਾ ਇੱਕੋ ਹੀ ਕੰਮ ਹੈ। ਜਿਹੜਾ ਰਾਮ ਹੈ ਮੁਕਤੀ ਦਾ ਦਾਤਾ, ਸੰਤ ਉਹਦਾ ਨਾਮ ਜਪਾਉਂਦਾ ਹੈ। ਜੀ ਜਨਤਾ ਸਗਲੇ ਪ੍ਰਤਪਾਲ, ਇਸ ਲਈ ਸੰਤਾਂ ਜਿੱਡਾ ਵੱਡਾ ਦੁਨੀਆ ਵਿੱਚ ਹੋਰ ਕੋਈ ਨਹੀਂ ਹੈ। ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਇੱਕ ਵਾਰ ਬੰਬੇ ਇੰਡੀਆ ਗੇਟ ਸਮੁੰਦਰ ਦੇ ਕਿਨਾਰੇ 'ਤੇ ਖੜੇ ਸਨ। ਬਾਕੀ ਸੰਗਤਾਂ ਸ਼ਿਪ 'ਤੇ ਚੜ੍ਹਾ ਦਿੱਤੇ, ਉਹ ਸਮੁੰਦਰ ਦੀ ਸੈਰ ਕਰਨ ਚਲੇ ਗਏ। ਮਹਾਂਪੁਰਖ ਕਹਿੰਦੇ ਮੈਂ ਇੱਥੇ ਖੜਨਾ, ਤੁਸੀਂ ਜਾਓ। ਤੇ ਸੁਤੇ ਸਿੱਧ ਸਮੁੰਦਰ ਵੱਲ ਵੇਖ ਕੇ ਆਪਣੇ ਆਪ ਬੋਲਣ ਲੱਗੇ, ਕਹਿੰਦੇ ਉਹ ਸਮੁੰਦਰਾ, ਓਏ ਸਮੁੰਦਰਾ, ਤੂੰ ਮਾਣ ਨਾ ਕਰੀ ਕਿ ਮੈਂ ਬਹੁਤ ਵੱਡਾ, ਮੈਂ ਬੜਾ ਵਿਸ਼ਾਲ ਹਾਂ, ਮੈਂ ਬੜਾ ਡੂੰਘਾ। ਤੂੰ ਸਾਡੇ ਸੰਤਾਂ ਤੋਂ ਨਹੀਂ ਵਿਸ਼ਾਲ ਹੋ ਸਕਦਾ। ਜੋ ਸਾਡੇ ਸੰਤਾਂ ਦਾ ਗਿਆਨ ਹੈ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਜਦ ਗੁਰਬਾਣੀ ਦੀ ਕਥਾ ਕਰਦੇ, ਕਪਾਟ ਖੋਲ੍ਹ ਦਿੰਦੇ। ਉਹਨਾਂ ਦੀ ਕਥਾ ਰਿਕਾਰਡ ਹੈ। ਕਿਤੇ ਸਮਾਂ ਮਿਲਿਆ ਸੋ ਰਾਤ 10 ਕੁ ਵਜੇ ਇਕਾਂਤ ਦੇ ਵਿੱਚ ਜਾਂ ਅੰਮ੍ਰਿਤ ਵੇਲੇ ਸੁਣੀਏ। ਰੌਲੇ ਰੱਪੇ ਤੋਂ ਰਹਿਤ ਵਾਤਾਵਰਨ ਦੇ ਵਿੱਚ ਸਹੀ ਸਮਝ ਆਉਂਦੀ ਹੈ। ਸੋ ਇਸ ਲਈ ਜਿਹੜੇ ਉਹਨੂੰ ਸੁਣਨ ਦੀ ਆਦਤ ਪਾ ਲੈਂਦੇ, ਫਿਰ ਹੋਰ ਕੁਝ ਸੁਣਨ ਨੂੰ ਦਿਲ ਨਹੀਂ ਕਰਦਾ, ਕਿਉਂਕਿ ਉਹਦੇ 'ਚ ਹੀ ਸਾਰਾ ਕੁਛ ਹੈ। ਜਿਸ ਤਰ੍ਹਾਂ ਮੱਖਣ ਮਲਾਈ ਕੱਢ ਕੇ ਪਾਸੇ ਰੱਖ ਦਿੱਤੀ ਜਾਂਦੀ, ਇਸ ਤਰ੍ਹਾਂ ਮਹਾਂਪੁਰਖਾਂ ਨੇ ਤੱਤ ਦੀ ਕਥਾ ਕੀਤੀ ਹੈ। ਸੋ ਕਹਿੰਦੇ ਉਹਨਾਂ ਦਾ ਗਿਆਨ ਬੜਾ ਵਿਸ਼ਾਲ ਹੈ। ਹੇ ਸਮੁੰਦਰ, ਤੇਰਾ ਤਾਂ ਕੋਈ ਅੰਤ ਲੈ ਸਕਦਾ, ਮਾਪਿਆ ਜਾ ਸਕਦਾ, ਪਰ ਜੋ ਬ੍ਰਹਮ ਗਿਆਨੀਆਂ ਦਾ ਗਿਆਨ ਹੈ ਉਹ ਬਹੁਤ ਵਿਸ਼ਾਲ ਹੈ। ਹਰੇਕ ਕਥਾ ਦੇ ਵਿੱਚ ਗੁਰਬਾਣੀ ਦੇ ਉਹਨਾਂ ਨੇ ਵੱਖੋ ਵੱਖਰੇ ਅਰਥ ਕੀਤੇ ਨੇ। ਇੱਕ ਜਗ੍ਹਾ ਕੁਝ ਹੋਰ ਅਰਥ ਕਰਨੇ, ਦੂਜੀ ਜਗ੍ਹਾ ਕੁਝ ਹੋਰ ਕਰਦੇ ਨੇ। ਸੋ ਇੰਝ ਸੋ ਮਹਾਰਾਜ ਦੀ ਜਿਨ੍ਹਾਂ ਦੀ ਕਿਰਪਾ ਹੈ, ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ। ਜਿਉਂ ਜਿਉਂ ਉਹ ਵਧਾਈ ਹੈ, ਤਿਉਂ ਤਿਉਂ ਹਰ ਚੌਰੰਗ। ਨਾਨਕ ਸੰਤਾਂ ਦੇਖ ਨਿਹਾਲ, ਜੀ ਅਜੰਦ ਸਗਲੇ ਪ੍ਰਤਪਾਲ। ਉਹ ਪਰਮਾਤਮਾ ਅਸਤੂਲ ਜੀਵਾਂ ਤੇ ਸੂਖਮ ਜੀਵਾਂ ਆਦਿਕ ਸਾਰਿਆਂ ਦੀ ਪਾਲਣਾ ਕਰਦਾ ਹੈ। ਸਤਿਗੁਰੂ ਮਹਾਰਾਜ ਕਥਨ ਕਰਦੇ ਕਿ ਸੰਤ ਜਨਾਂ ਦੁਆਰਾ ਉਸ ਪਰਮਾਤਮਾ ਨੂੰ ਵੇਖ ਕੇ ਅਸੀਂ ਨਿਹਾਲ ਆਨੰਦ ਪ੍ਰਸੰਨ ਹੋਏ ਹਾਂ। ਅਜਿਹੇ ਸੰਤ ਜਨਾਂ ਦੇ ਦਰਸ਼ਨ ਵੇਖ ਕੇ ਨਿਹਾਲ ਹੋਏ ਹਾਂ, ਜਿਹੜੇ ਜੀ ਜੰਤ ਸਗਲੇ ਪ੍ਰਤਪਾਲ, ਸਭ ਜੀਆਂ ਜਨਤਾਂ ਦੀ ਪਾਲਣਾ ਕਰ ਰਹੇ ਹਨ। ਆ ਵੇਖੋ ਬਾਬਾ ਹਨੂਮਾਨ ਸਿੰਘ ਦੀ ਕਿਰਪਾ ਹੀ ਹੈ, ਕਿੰਨੀਆਂ ਸੰਗਤਾਂ ਬਰੋਸਾ ਆ ਰਹੀਆਂ ਨੇ। ਸੋ ਰੂਹ ਦੀ ਖੁਰਾਕ ਕਥਾ ਕੀਰਤਨ ਮਿਲ ਰਿਹਾ, ਸਰੀਰ ਦੀ ਖੁਰਾਕ ਲੰਗਰ ਦੇ ਵਿੱਚ ਹੈ। ਕੋਈ ਅੰਤ ਹੀ ਨਹੀਂ। ਵੱਡੇ ਤੋਂ ਵੱਡਾ ਕੋਈ ਮਹਾਰਾਜਾ ਬਾਦਸ਼ਾਹ ਵੀ ਇਹਨਾਂ ਲੰਗਰ ਨਹੀਂ ਵਰਤਾ ਸਕਦਾ। ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ। ਕਮਾਈ ਇੱਕ ਮਹਾਂਪੁਰਖ ਕਰਦਾ, ਉਹਦੀ ਬਰਕਤ ਅਣਗਿਣਤ ਹੀ ਕਰੋੜਾਂ ਹੀ ਭੋਗਦੇ ਹਨ। ਇਉਂ ਜੀ ਜੰਦ ਸਗਲੇ ਪ੍ਰਤਪਾਲ, ਨਾਨਕ ਸੰਤ ਦੇਖ ਨਿਹਾਲ। ਜਿਹੜੇ ਸੰਤ ਸਮੂਹ ਜੀਆਂ ਜਨਤਾਂ ਦੀ ਪਾਲਣਾ ਕਰ ਰਹੇ, ਉਹਨਾਂ ਦੇ ਦਰਸ਼ਨ ਵੇਖ ਕੇ
ਅਸੀਂ ਨਿਹਾਲ ਹੁੰਦੇ ਹਾਂ। ਰਾਮ ਕਲੀ ਮਹੱਲਾ ਪੰਜਵਾ। ਜਾਂ ਸਾਰੇ ਸ਼ਬਦ ਦੇ ਵਿੱਚ ਸੰਤਨ ਦਾ ਅਰਥ ਗੁਰੂਆਂ ਵੱਲ ਲੱਗਦਾ ਹੈ ਕਿ ਗੁਰੂ ਮਹਾਰਾਜ ਜੀ ਦੇ ਚਰਨ ਧੋ ਕੇ ਪੀਂਦੇ ਆ, ਗੁਰੂਆਂ ਦੇ ਦਰਸ਼ਨ ਵੇਖ ਕੇ ਨਿਹਾਲ ਹੁੰਦੇ ਹਾਂ। ਰਾਮਕਲੀ ਰਾਗ ਵਿੱਚ ਇਹ ਅਗਲਾ ਸੋ 22ਵਾਂ ਸ਼ਬਦ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰ ਰਹੇ ਹਨ। ਵੈਰਾਗਮਈ ਉਪਦੇਸ਼ ਬਖਸ਼ਦੇ ਨੇ। ਤੇਰਾ ਕਾਜ ਨ ਗ੍ਰਹਿ ਰਾਜਮਾਲ। ਇਹ ਭਾਈ ਇਹ ਜਿਹੜਾ ਘਰ ਹੈ, ਰਾਜ ਭਾਗ ਹੈ ਤੇ ਮਾਲ ਵਿਭੂਤੀ ਹੈ, ਧਨ ਦੌਲਤ ਹੈ, ਇਹ ਤਿਆਦਕ ਇਹਨਾਂ ਵਿੱਚੋਂ ਪਰਲੋਕ ਲਈ ਤੇਰੇ ਕਿਸੇ ਵੀ ਕੰਮ ਨਹੀਂ ਆਉਣਾ ਹੈ। ਤੇਰਾ ਕਾਜ ਨ ਬਿਖੈ ਜੰਜਾਲ। ਵਿਸ਼ਿਆਂ ਅਤੇ ਬੰਧਨਾ ਰੂਪ ਵਿਸ਼ੇ ਤੇਰੇ ਕਿਸੇ ਕੰਮ ਨਹੀਂ ਆਉਣੇ। ਇਸ਼ਟਮੀਤ ਜਾਨ ਸਭ ਸ਼ਾਲਾ। ਇਹ ਭਾਈ ਪਿਆਰੇ ਮਿੱਤਰ ਆਦਿਕ ਸਾਰੇ ਵੀ ਛਲ ਰੂਪ ਇਹ ਜਾਣਨਾ ਕਰ। ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਇਹ ਮਿੱਤਰ ਵੀ ਛਲ ਰੂਪ ਨੇ। ਜਿਸ ਵਕਤ ਇਨਸਾਨ ਕੋਲ ਖੁਸ਼ਹਾਲੀ ਹੈ ਉਦੋਂ ਤਾਂ ਬਿਨ ਬਣਾਈ ਮਿੱਤਰ ਬਣਦੇ। ਜਦ ਕੋਈ ਬਿਪਤਾ ਜਾਂ ਕੋਈ ਬਿਮਾਰੀ ਆ ਕੇ ਪੈ ਜਾਈ ਤਾਂ ਫਿਰ ਕੋਈ ਵੀ ਪਹਿਚਾਣਦਾ ਨਹੀਂ। ਇਸ ਲਈ ਜੋ ਪਿਆਰੇ ਮਿੱਤਰ ਭਾਵ ਦੇਵੀ ਦੇਵਤੇ ਮੰਨੇ, ਉਹ ਆਪਣੀ ਪੂਜਾ ਵਿੱਚ ਲਾ ਕੇ ਵਾਹਿਗੁਰੂ ਤੋਂ ਬੇਮੁਖ ਕਰਨ ਰੂਪ ਛਲ ਰਹੇ ਨੇ। ਤੂੰ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲੈਣਾ ਕਰ, ਸਮਝ ਲੈਣਾ ਕਰ। ਹਰ ਹਰ ਨਾਮ ਸੰਗ ਤੇਰਾ ਚੱਲੈ। ਇਹ ਭਾਈ ਕੇਵਲ ਹਰੀ ਭਰੀ ਕਰਨ ਵਾਲੇ ਹਰੀ ਪਰਮਾਤਮਾ ਦਾ ਨਾਮ ਹੀ ਤੇਰੇ ਨਾਲ ਪਰਲੋਕ ਦੇ ਵਿੱਚ ਚੱਲੇਗਾ। ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਉਹ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਜਹ ਮੁਸ਼ਕਿਲ ਹੋਵੇ ਤੁਪਾਰੀ, ਹਰ ਕੋ ਨਾਮ ਕਿਨ ਮਾਹੀ ਉਧਾਰੀ। ਅਨਕ ਪੁਨੈ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਇਸ ਲਈ ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਨੇਰੇ। ਰਾਮ ਨਾਮ ਗੁਣ ਗਾਏ ਲੈ ਮੀਤਾ। ਇਹ ਮੇਰੇ ਮਿੱਤਰਾ ਪਰਮਾਤਮਾ ਦੇ ਨਾਮ ਦੇ ਗੁਣ ਤੂੰ ਗਾ ਲੈਣਾ ਕਰ। ਹਰ ਸਿਮਰਤ ਤੇਰੀ ਲਾਜ ਰਹੈ। ਹਰੀ ਪਰਮਾਤਮਾ ਨੂੰ ਸਿਮਰਦਿਆਂ ਹੀ ਤੇਰੀ ਲਜਿਆ ਪਾਤਾ ਭਰੋਰੇ ਆਵੇਗੀ। ਹਰ ਸਿਮਰਤ ਜਮ ਕਛ ਨ ਕਹੈ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਜੇ ਤੂੰ ਵਾਹਿਗੁਰੂ ਵਾਹਿਗੁਰੂ ਕਰਦਾ ਰਹੇਂਗਾ ਤਾਂ ਵਾਹਿਗੁਰੂ ਨਾਮ ਨੂੰ ਸਿਮਰਦਿਆਂ ਯਮਦੂਤ ਜਾਂ ਯਮਰਾਜ ਧਰਮ ਰਾਜਾ ਵੀ ਤੈਨੂੰ ਕੁਝ ਨਹੀਂ ਕਹਿ ਸਕਦਾ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਹਨ। ਬਿਨ ਹਰ ਸਗਲ ਨਰਾਰਥ ਕਾਮ। ਇਹ ਭਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੇ ਕੰਮ ਫਜ਼ੂਲ ਦੇ ਨੇ, ਵਿਅਰਥ ਹਨ। ਕਿਨਹੀ ਨਾ ਕੀਏ ਕਾਜ ਮਾਇਆ ਪੂਰੇ। ਮਾਇਆ ਦੇ ਕੰਮ ਸਾਡੇ ਦਾਦੇ ਪੜਦਾਦੇ ਵੀ ਅਧੂਰੇ ਛੱਡ ਕੇ ਚਲੇ ਗਏ, ਅੱਜ ਤੱਕ ਕਿਸੇ ਪੂਰੇ ਨਹੀਂ ਕੀਤੇ, ਨਾ ਸਾਥੋਂ ਹੋਣੇ ਹਨ। ਇਸ ਲਈ ਸੋ ਜੇ ਤੰਦੇ ਮੈਂ ਓਏ ਲਪਟਾਏ, ਹੁਣ ਤੇ ਦੁਗਣ ਦੜੀ ਹੁਣ ਮਾਏ। ਇਹ ਮਨ ਧੰਦਾ ਬੰਦਾ ਕਰਮ ਕਮਾਈ। ਜ਼ਰੂਰੀ ਨਹੀਂ ਵੀ ਹੱਥਾਂ ਦੇ ਨਾਲ। ਕਈ ਵਾਰ ਵਿਹਲਾ ਬੈਠਾ ਵੀ ਬੰਦਾ ਆਪਣੇ ਆਪ ਹੀ ਹੱਸੀ ਜਾਊਗਾ ਤੇ ਉਹੀ ਬੋਲੀ ਜਾਊਗਾ। ਕਈ ਸੁੱਤੇ ਪਈ ਬਰੜਾਉਂਦੇ ਨੇ, ਮਤਲਬ ਧੰਦਾ ਮਨ ਦਾ ਹੈ।
ਇਹ ਜੰਜਾਲ ਮੰਨਦੇ ਹਨ। ਕੰਮ ਕਰਨਾ ਕੋਈ ਲਾਮੇ ਵਾਲੀ ਗੱਲ ਜਾਂ ਮਾੜਾ ਕੰਮ ਨਹੀਂ ਹੈ, ਉਹਦੇ ਨਾਲ ਤਾਂ ਮਨ ਖੁਸ਼ ਹੁੰਦਾ, ਸਰੀਰ ਤੰਦਰੁਸਤ ਰਹਿੰਦਾ ਹੈ। ਸੋ ਜਿਹੜਾ ਮਨ ਦਾ ਕੰਮ ਹੈ, ਮਨ ਦਾ ਧੰਦਾ, ਮਹਾਰਾਜ ਕਹਿੰਦੇ ਵਾਹਿਗੁਰੂ ਨਾਮ ਤੋਂ ਬਗੈਰ ਭਾਈ ਕੁਝ ਵੀ ਤੇਰੇ ਕੰਮ ਨਹੀਂ ਆਉਣ ਵਾਲਾ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੋਨਾ ਰੂਪਾ ਮਾਟੀ ਦਾਮ, ਸੋਨਾ ਚਾਂਦੀ ਦਮੜੇ ਮਿੱਟੀ ਰੂਪ ਇਹ ਮਿਥਿਆ ਨੇ, ਜਾਂ ਜਦੋਂ ਤੇਰੇ ਦਮ ਸਵਾਸ ਨਿਕਲ ਗਏ ਤਦੋਂ ਇਹ ਸਰੀਰ ਮਿੱਟੀ ਰੂਪ ਹੀ ਹੋ ਜਾਏਗਾ, ਤੇ ਸੋਨਾ ਚਾਂਦੀ ਆਦਿਕ ਨੂੰ ਸਮਧੀ ਹੋਈ ਲੈ ਜਾਣਗੇ। ਗੁਰ ਕਾ ਸ਼ਬਦ ਜਾਪ ਮਨ ਸੁਖਾ, ਇਹ ਭਾਈ ਗੁਰਾਂ ਦਾ ਉਪਦੇਸ਼ ਜਪਣਾ ਕਰ, ਤਾਂ ਤੇਰੇ ਮਨ ਨੂੰ ਸੁਖ ਪ੍ਰਾਪਤ ਹੋਵੇਗਾ। ਈਹਾ ਊਹਾ ਤੇਰੋ ਉਜਲ ਮੁਖਾ, ਲੋਕ ਪਰਲੋਕ ਦੇ ਵਿੱਚ ਤੇਰਾ ਮੁਖ ਵੀ ਜਸ ਰੂਪ ਉਜਾਲੇ ਵਾਲਾ ਹੋ ਜਾਏਗਾ। ਜਿਨੀ ਨਾਮ ਤੇ ਆਇਆ ਗਏ ਮਸਕਤ ਖਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਰ ਕਰ ਥਾਕੇ ਵੱਡੇ ਵਡੇਰੇ, ਇਹ ਭਾਈ ਦੁਨੀਆ ਦੇ ਵੱਡਿਆਂ ਤੋਂ ਵੱਡੇ ਮਨੁੱਖ ਇਸ ਮਾਇਆ ਨੂੰ ਇਕੱਤਰ ਕਰ ਕਰਕੇ ਥੱਕ ਗਏ ਹਨ। ਕਿ ਨਹੀਂ ਨਾ ਕੀਏ ਕਾਜ ਮਾਇਆ ਪੂਰੇ, ਪਰ ਕਿਸੇ ਨੇ ਵੀ ਮਾਇਆ ਦੇ ਕੰਮ ਅੱਜ ਤੱਕ ਪੂਰੇ ਨਹੀਂ ਕੀਤੇ, ਸਭ ਅਧੂਰੇ ਹੀ ਛੱਡ ਕੇ ਤੁਰ ਗਏ ਹਨ। ਹਰ ਹਰ ਨਾਮ ਜਪੈ ਜਨ ਕੋਏ, ਇਹ ਭਾਈ ਹਰੇ ਪਰੇ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਨੂੰ ਜਿਹੜਾ ਵੀ ਕੋਈ ਮਨੁੱਖ ਜਪਣਾ ਕਰਦਾ ਹੈ, ਤਾਕੀ ਆਸਾ ਪੂਰਨ ਹੋਏ, ਉਸ ਦੀ ਸਾਰੀ ਆਸਾ ਸਾਰੀ ਇੱਛਾ ਪੂਰੀ ਹੋ ਜਾਂਦੀ ਹੈ। ਕਬੀਰ ਆਸਾ ਕਰੀਏ ਰਾਮ ਕੀ, ਅਵਰੇ ਆਸ ਨਿਰਾਸ, ਨਰਕ ਭਰੈ ਤੇ ਮਨ ਨਹੀਂ, ਜੋ ਹਰ ਨਾਮ ਉਦਾਸ। ਕਹਿੰਦੇ ਆਸਾ ਕਰਤਾ ਜਗ ਮੁਆ, ਆਸਾ ਮਰੇ ਨਾ ਜਾਏ, ਨਾਨਕ ਆਸਾ ਪੂਰੀਆਂ ਸੱਚੇ ਸਿਉ ਚਿਤ ਲਾਏ। ਹਰ ਭਗਤਨ ਕੋ ਨਾਮ ਆਧਾਰ, ਇਸ ਲਈ ਹਰੀ ਪ੍ਰਮਾਤਮਾ ਦੇ ਭਗਤ ਜਨਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਹੀ ਆਸਰਾ ਹੁੰਦਾ, ਉਹ ਦੂਜੇ ਕੰਮਾਂ ਦੇ ਵਿੱਚ ਰੁਚੀ ਨਹੀਂ ਕਰਦੇ। ਬਾਬਾ ਸੁੰਦਰ ਸਿੰਘ ਜੀ ਨੇ ਬਾਬੇ ਗੁਰਬਚਨ ਸਿੰਘ ਨੂੰ ਪੁੱਛਿਆ, ਕਹਿੰਦੇ ਜੇ ਤੈਨੂੰ ਟਕਸਾਲ ਦੀ ਸੇਵਾ ਸੌਂਪੀਏ ਦੱਸ ਕਰੇਗਾ? ਦੁਨੀਆ ਦੇ 100 ਕੰਮ ਕਰਨੇ ਨੇ ਕਿ ਇਹ ਆ ਸਿੰਘਾਂ ਦੀ ਪੜ੍ਹਾਈ ਦਾ ਇੱਕ ਕੰਮ ਟਕਸਾਲ ਦੀ ਸੇਵਾ ਕਰਨੀ? ਕਹਿੰਦੇ ਜੀ ਇੱਕੋ ਕੰਮ ਹੀ ਬਖਸ਼ ਦਿਓ। ਕਹਿੰਦੇ ਲੈ ਤੈਨੂੰ ਇੱਕ ਕੰਮ ਦਿੱਤਾ, ਇਹਦੇ 'ਚ ਰੁਚੀ ਰੱਖੀ, ਬਾਕੀ 100 ਕੰਮ ਪਰਮਾਤਮਾ ਸੋ ਤੇ ਸਿੱਧ ਆਪਣੇ ਆਪ ਹੀ ਪੂਰੇ ਕਰੀ ਜਾਊਗਾ। ਆ ਤੁਹਾਡੇ ਸਾਹਮਣੇ ਹੀ ਹੈ, ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ ਵੀ ਗੁਰਦੁਆਰੇ ਦਾ ਹੈੱਡ ਗ੍ਰੰਥੀ ਕੌਣ ਹੈ, ਤੁਹਾਨੂੰ ਪਤਾ ਨਹੀਂ ਲੱਗੂਗਾ। ਲੰਗਰ 'ਚ ਜਾ ਕੇ ਪੁੱਛ ਲਓ ਵੀ ਜਥੇਦਾਰ ਕੌਣ ਹੈ ਲੰਗਰ ਦਾ, ਕੋਈ ਪਤਾ ਨਹੀਂ ਤੁਹਾਨੂੰ ਲੱਗੂਗਾ। ਸੋ ਮੁੱਖ ਸੇਵਾਦਾਰ ਕੌਣ ਹੈ, ਕੋਈ ਪਤਾ ਨਹੀਂ ਲੱਗੂਗਾ। ਮਤਲਬ ਰਲ ਮਿਲ ਕੇ ਸ਼ਹੀਦਾਂ ਦੀ ਕਿਰਪਾ, ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਵੇਖੋ ਕਿੰਨੀ ਸੁਚੱਜੀ ਸੋਹਣੇ ਤਰੀਕੇ ਨਾਲ ਸੇਵਾ ਹੋ ਰਹੀ ਹੈ। ਤੇ ਇਹ ਮਹਾਰਾਜ ਦਾ ਆਪ ਦਾ ਹੀ ਪ੍ਰਬੰਧ ਹੈ, ਰਲ ਮਿਲ ਕੇ ਇੱਕ ਦੂਜੇ ਦੇ ਸਹਿਯੋਗ ਦੇ ਨਾਲ, ਤੇ ਕਿੰਨੀ ਚੜ੍ਹਦੀ ਕਲਾ ਦੇ ਨਾਲ ਵੇਖੋ ਥਾਂ ਥਾਈਂ ਆਪੋ ਆਪਣੀ ਜ਼ਿੰਮੇਵਾਰੀ 'ਤੇ। ਤੋ ਜਿਵੇਂ ਘਰ ਦੇ ਵਿੱਚ ਬੰਦਾ ਜ਼ਿੰਮੇਵਾਰੀ 'ਤੇ ਕੰਮ ਕਰਦਾ, ਇਸ ਤਰੀਕੇ ਦੇ ਨਾਲ ਸਾਰੇ ਘਰ ਸੁਤੇ ਸਿੱਧ ਸੰਗਤਾਂ ਦੇ ਸਹਿਯੋਗ ਨਾਲ ਆਪਣੇ ਆਪ ਹੀ ਨਿਭ ਰਹੇ ਹਨ। ਕੋਈ ਚੀਜ਼ ਵਰਤਦੀ ਹੈ ਤੇ ਉਹ ਸਵੇਰ ਤੋਂ ਸ਼ਾਮ ਤੱਕ ਵਰਤਦੀ ਹੋਈ ਰਹਿੰਦੀ ਹੈ, ਕੋਈ ਘਾਟਾ ਨਹੀਂ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ। ਨਾ ਵਰਤਾਉਣ ਵਾਲਿਆਂ ਦਾ ਕੋਈ ਘਾਟਾ, ਕੋਈ ਥਾਂ ਤੇ ਨਾ ਹੀ ਵਸਤੂਆਂ ਦਾ। ਤੋ ਐਸਾ ਹੀ ਪ੍ਰਬੰਧ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੈ। ਆਪਣੇ ਆਪ ਹੀ ਇੱਕ ਕਥਾ ਕੀਰਤਨ, ਇੱਕ ਅਖੰਡ ਪਾਠ, ਬਾਣੀ ਦਾ ਪ੍ਰਵਾਹ ਚੱਲ ਰਿਹਾ, ਇੱਕ ਕੰਮ ਹੋ ਰਿਹਾ, ਬਾਕੀ ਦੇ ਸਭ ਕਾਰਜ ਇਹ ਮਹਾਰਾਜ ਆਪ ਦੇ ਆਸਰੇ, ਨਾਮ ਦੇ ਆਸਰੇ ਕਰਵਾ ਰਿਹਾ ਹੈ। ਸ਼ਾਂਤੀ ਜੀਤਾ ਪਰ
ਇਸ ਵਾਸਤੇ ਮਹਾਰਾਜ ਫਰਮਾਉਂਦੇ ਨੇ ਕਿ ਹਰ ਭਗਤਨ ਕੋ ਨਾਮ ਆਧਾਰ। ਹਰੀ ਪ੍ਰਮਾਤਮਾ ਦੇ ਭਗਤ ਜਨਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਹੀ ਆਸਰਾ ਹੈ। ਕੀਤਾ ਜਨ ਪਿਆਰ ਸੰਤ ਜਨਾਂ ਨੇ ਇਹ ਸ੍ਰੇਸ਼ਟ ਮਨੁੱਖਾ ਜਨਮ ਸਰੂਪ ਦੀ ਪ੍ਰਾਪਤੀ ਕਰਕੇ ਜਿਤਨਾ ਕੀਤਾ ਹੈ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਹਰ ਸੰਤ ਕਰੇ ਸੋਈ ਪਰਵਾਨ। ਹਰੀ ਪ੍ਰਮਾਤਮਾ ਦੇ ਸੰਤ ਜਨ ਜੋ ਵੀ ਕੁਝ ਕਰਦੇ ਉਹ ਰੱਬ ਨੂੰ ਪ੍ਰਮਾਣ ਹੁੰਦਾ ਹੈ। ਤਿਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ। ਜੋ ਬੋਲੇ ਹਰ ਹਰ ਰਾਮ ਨਾਮ ਰਸਾਤੇ। ਹਰੀ ਜੋ ਵੀ ਕੁਝ ਕਰਦਾ ਉਹ ਸੰਤਾਂ ਨੂੰ ਪ੍ਰਮਾਣ ਹੁੰਦਾ ਹੈ। ਨਾਨਕ ਦਾਸ ਤਾਕੈ ਕੁਰਬਾਨ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਅਸੀਂ ਦਾਸਾ ਭਾਵ ਧਾਰਨ ਕਰਕੇ ਉਹਨਾਂ ਸੰਤ ਜਨਾਂ ਤੋਂ, ਭਾਈ ਕੂਰਮ ਜੀ ਵਰਗੇ ਸੰਤ ਜਿਨ੍ਹਾਂ ਵੇਖੋ ਬੇਰ ਉੱਤੇ ਅੰਬ ਖਵਾਏ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਪੰਜਵੇਂ ਪਾਤਸ਼ਾਹ ਦੀ ਹਜ਼ੂਰੀ ਚੋਂ ਵਰ ਲਿਆ। ਮਹਾਰਾਜ ਕਹਿੰਦੇ ਭਾਈ ਕੂਰਮ ਇਹ ਤਾਂ ਸਾਡਾ ਹੀ ਪ੍ਰਸ਼ਾਦ ਹੈ। ਤੇ ਕਹਿੰਦਾ ਮਹਾਰਾਜ ਮੈਂ ਅੰਬਾਂ ਦੇ ਦੇਸ਼ ਵਿੱਚੋਂ ਅੰਬਾਲੇ ਜ਼ਿਲ੍ਹੇ ਚੋਂ ਆਇਆ ਤੇ ਚੇਤਾ ਭੁੱਲ ਗਿਆ ਜੀ, ਅੰਬ ਨਹੀਂ ਲੈ ਕੇ ਆਇਆ ਤਾਂ ਮੈਂ ਭੇਟਾ ਕਰ ਰਿਹਾ। ਮਹਾਰਾਜ ਕਹਿੰਦੇ ਤੂੰ ਖਾ ਲੈ, ਕੋਈ ਨਹੀਂ, ਇਹ ਪ੍ਰਸ਼ਾਦ ਹੈ ਤੇ ਕੋਈ ਨਹੀਂ ਤੇਰੇ ਅੰਬ ਵੀ ਖਾਵਾਂਗੇ, ਉੱਥੇ ਆ ਕੇ ਖਾਵਾਂਗੇ। ਫਿਰ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਆਖਿਆ ਲਿਆ ਭਾਈ ਅੰਬ। ਕਹਿੰਦਾ ਜੀ ਹੁਣ ਤਾਂ ਰੁੱਤ ਨਹੀਂ। ਮਹਾਰਾਜ ਕਹਿੰਦੇ ਉੱਪਰ ਵੇਖ। ਉਹ ਬੇਰ ਉੱਤੇ ਅੰਬ ਲੱਗ ਗਏ। ਗੁਰਦੁਆਰਾ ਅੰਬ ਸਾਹਿਬ ਦਾ ਜੋੜ ਮੇਲਾ 24, 25, 26 ਨੂੰ ਸ਼ਾਇਦ ਆ ਰਿਹਾ ਹੈ, ਨਜ਼ਦੀਕ ਹੀ ਹੈ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸੋ ਜੋ ਕਰਦੇ ਉਹ ਸੰਤਾਂ ਨੂੰ ਪ੍ਰਵਾਨ ਹੈ, ਸੰਤ ਜੋ ਕਰਦੇ ਉਹ ਮਹਾਰਾਜ ਨੂੰ ਪ੍ਰਵਾਨ। ਇਸ ਲਈ ਭਾਈ ਕੂਰਮ ਜੀ ਵਰਗੇ ਗੁਰਮੁਖ ਜਿਹੜੇ ਲੰਬਿਆਂ ਪਿੰਡ ਦੇ ਸੀਗੇ, ਗੁਰੂ ਮਹਾਰਾਜ ਦੇ ਚਰਨ ਇੱਥੇ ਪੁਆਏ। ਵੇਖੋ ਇਲਾਕਾ ਤਾਰਿਆ, ਉਹਨਾਂ ਤੋਂ ਕੁਰਬਾਨ ਬਲਿਹਾਰ ਜਾਂਦੇ ਆ, ਆ ਸ਼ਹੀਦਾਂ ਤੋਂ ਕੁਰਬਾਨ ਬਲਿਹਾਰ ਜਾਂਦੇ ਆ, ਜਿਨ੍ਹਾਂ ਇੱਥੇ ਸੋ ਪੁੱਜ ਕੇ ਵੇਖੋ ਕਿੱਥੋਂ ਚੱਲੇ ਤੇ ਕਿੱਥੇ ਆ ਕੇ ਸ਼ਹੀਦੀ ਦਿੱਤੇ, ਇਲਾਕੇ ਨੂੰ ਤਾਰ ਰਹੇ ਨੇ। ਗੁਰੂ ਮਹਾਰਾਜ ਦੀ ਕਿਰਪਾ ਹੋ ਰਹੀ ਹੈ। ਭੁੱਲਾਂ ਚੁੱਕਾ ਖਿਮਾ ਗੁਰੂ ਜੀ ਅੱਗੇ ਤੋਂ ਸਮਤ ਬਖਸ਼ੋ। ਹਰ ਸੰਤ ਕਰੇ ਸੋਈ ਪਰਵਾਨ। ਨਾਨਕ ਦਾਸ ਤਾਕੈ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ। ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਜੀ ਵਸਾਇਆ ਕਹਿਨ। ਸਤਿਗੁਰੂ ਮੈਂ ਪਾਇਆ ਮਨ ਮੇਰਿਆ ਤੂੰ ਸਦਾ ਰਹੋ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਸਾਰਨਾ। ਕਾਰੋ ਕਾਰੀ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ